गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। सतगुरु गुरबाणी गुरु विच सानू जीवां नूं जो उपदेश बख्शिश कर रहे साडे मन नूं समझाउंदे भी जे इस संसार दे विच आके इस लोक विच आके साडा मन परमात्मा दे नाल रहिंदा है, वाहिगुरू दे सन्मुख रहिंदा है। फिर जिमें बच्चा हुंदा है माता पिता उहदी देख रेख करदे, हर समय उहदा ख्याल रखदे कि आगे वो बच्चे ने आपस समर्पण करना कीता हुंदा है भी आपदी मत नहीं वरतदा, आपदी सियाणप नहीं वरतदा। हुण इसे तरह ही जदों साडा मन मालक दी सन्मुख आपां हो जांदे, फिर वो एक जिमें बच्चे की देख रेख करते माँ प्यो, इस तरह ही फिर वो हर समय साडी देख रेख करता है। इसलिए फिर मन नूं सतगुरु समझाउंदे, ये मन मेरे आ तू सदा रहो हर नाले, हर नाल रहो तू मन मेरे, दुख सब विसारना अंगीकारो करे तेरा, कारज सब सवारना। हुण मालक दे सन्मुख परमात्मा दे नाल आपां कदों रहिने, कदों साडा मन ही रहना शुरू करता है जदों असी गुरु की शरण दे विच जांदे। पहलां तां सानूं परमात्मा का भेद ही नहीं हुंदा भी वो सानूं दिसदा ही नहीं। बेशक ये सानूं ज्ञान है भी मालक हर थां ते मौजूद है, भी ऐसी कोई थां नहीं जिसे वो नहीं है, पर साडे ते मालक दे विच ये पड़दा है विच भरम दा पिया होए, साडियां इन्हां अखां ते साडे इन्हां नेत्रां ते। हुण पड़दा जदों पिया हुंदा उदों सानूं वो दिसदा नहीं मालक, जद तक सानूं वो दिसदा नहीं असीं उहदे नाल नहीं रहिंदे, क्योंकि नाल रहण दा भाव हुंदा है भी मालक नूं देखी जाण,
ਵੀ ਜੇ ਅਸੀਂ ਉਹਨੂੰ ਦੇਖ ਰਹੇ ਹਾਂ ਤੇ ਅਸੀਂ ਉਹਦੇ ਨਾਲ, ਤੇ ਜਦੋਂ ਵਿੱਚ ਪੜਦਾ ਆ ਗਿਆ ਅਸੀਂ ਉਹ ਤੋਂ ਬੇਮੁਖ ਹੋ ਗਏ ਵੀ ਅਸੀਂ ਮਾਲਕ ਵੱਲ ਪਿੱਠ ਕਰ ਲਈ। ਹੁਣ ਇਹ ਜਿਹੜਾ ਪੜਦਾ ਹੈ ਇਹ ਭਰਮ ਦਾ ਹੈ, ਤੇ ਉਹ ਪੜਦਾ ਫਿਰ ਸਾਡਾ ਗੁਰੂ ਨੇ ਪਾਸੇ ਹਟਾਉਣਾ ਹੁੰਦਾ ਹੈ। ਬਈ ਜਿਹਨੂੰ ਅਸੀਂ ਸਿਰਫ ਪਹਿਲਾਂ ਸੁਣਦੇ ਹਾਂ ਵੀ ਪਰਮਾਤਮਾ ਨੇੜੇ ਹੈ, ਪਰ ਅਸੀਂ ਉਹਨੂੰ ਦੇਖਿਆ ਨਹੀਂ ਕਦੇ, ਤੇ ਗੁਰੂ ਫਿਰ ਸਾਨੂੰ ਪਰਮਾਤਮਾ ਨੂੰ ਪ੍ਰਤੱਖ ਦਿਖਾ ਦਿੰਦਾ ਵੀ ਆਹ ਹੈ। ਸਾਡਾ ਭਰਮ ਦਾ ਪੜਦਾ ਪਾਸੇ ਕਰਕੇ ਸਾਨੂੰ ਸਨਮੁਖ ਕਰ ਦਿੰਦਾ। ਇਸ ਵਰਤਾਏ ਮਹਾਰਾਜ ਫਰਮਾਉਂਦੇ, ਨਿਗਟ ਸੁਣਿਓ ਔਰ ਵੇਖਿਓ ਨਾਹੀਂ, ਭਰਮ ਭਰਮ ਦੁੱਖ ਭਰੀਆ, ਹੋਏ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ। ਬਈ ਪਹਿਲਾਂ ਅਸੀਂ ਸੁਣਦੇ ਸੀ ਬਈ ਪਰਮਾਤਮਾ ਨੇੜੇ ਹੈ, ਬਈ ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਹੈ, ਸਭ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਪਰ ਵਿੱਚ ਪੜਦਾ ਸੀ ਉਹ ਸਾਨੂੰ ਦਿਸਦਾ ਨਹੀਂ ਸੀ, ਸਿਰਫ ਸੁਣੀਦਾ ਹੀ ਸੀ ਵੀ ਹੈਗਾ, ਪਰ ਦੇਖਿਆ ਨਹੀਂ ਸੀ ਕਦੇ। ਤੇ ਗੁਰੂ ਜਦੋਂ ਕਿਰਪਾਲੂ ਹੋਇਆ ਤੇ ਉਹਨਾਂ ਨੇ ਸਾਨੂੰ ਫਿਰ ਭਰਮ ਦਾ ਪੜਦਾ ਪਾਸੇ ਕਰਕੇ ਦਿਖਾ ਦਿੱਤਾ ਵੀ ਆਹ ਹੈ ਸਾਹਮਣੇ। ਇਸ ਲਈ ਮਹਾਰਾਜ ਫਿਰ ਸਾਨੂੰ ਪੂਰੇ ਗੁਰੂ ਦੀ ਨਿਸ਼ਾਨੀ ਦੱਸਦੀ ਵੀ ਜਿਵੇਂ ਹੁਣ ਆਪਾਂ ਕਹਿੰਦੇ ਵੀ ਗੁਰੂ ਵਾਲੇ ਬਣੋ, ਹੁਣ ਗੁਰੂ ਕਿੱਦਾਂ ਦਾ ਹੋਣਾ ਚਾਹੀਦਾ, ਕਿਹੜਾ ਗੁਰੂ ਅਸੀਂ ਧਾਰਨ ਕਰਨਾ, ਗੁਰੂ ਦੀ ਨਿਸ਼ਾਨੀ ਕੀ ਹੈ। ਹੁਣ ਉਹ ਫਿਰ ਆਪਾਂ ਨੂੰ ਦੱਸਦੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 5 ਪਿਆਰਿਆਂ ਨੂੰ ਗੁਰਿਆਈ ਸੌਂਪੀ ਵੀ 5 ਪਿਆਰੇ 5 ਗੁਰਸਿੱਖ। ਉਹ ਗੁਰਸਿੱਖ ਗੁਰੂ ਦੀ ਪਦਵੀ ਤੇ ਲੱਗ ਸਕਦੇ ਜਿਹੜੇ ਆਪ ਪਰਮਾਤਮਾ ਨੂੰ ਮਿਲ ਚੁੱਕੇ ਨੇ, ਜਿਨ੍ਹਾਂ ਨੇ ਘਰ ਦੇ ਵਿੱਚ ਆਉਣ ਜਾਣ ਬਣਾਏ। ਉਹਨਾਂ ਨੂੰ ਫਿਰ ਉਸ ਸਿੱਖ ਨੂੰ ਗੁਰੂ ਦੀ ਪਦਵੀ ਤੇ ਲਾਇਆ ਜਾਂਦਾ ਵੀ ਪਹਿਲਾਂ ਉਹਨਾਂ ਤੋਂ ਇਹ ਸਾਰੀ ਕਹਾਣੀ ਸੁਣੀ ਜਾਂਦੀ ਵੀ ਤੁਸੀਂ ਦੱਸੋ ਤੁਸੀਂ ਕਿਵੇਂ ਮਾਲਕ ਨਾਲ ਮਿਲਾਪ ਕੀਤਾ, ਰਸਤੇ ਵਿੱਚ ਕੀ ਤੁਹਾਨੂੰ ਰੁਕਾਵਟਾਂ ਆਈਆਂ, ਉਹਨਾਂ ਰੁਕਾਵਟਾਂ ਨੂੰ ਤੁਸੀਂ ਕਿਵੇਂ ਪਾਸੇ ਕੀਤਾ, ਕੀ ਨਿਸ਼ਾਨੀਆਂ ਪ੍ਰਗਟ ਹੋਈਆਂ, ਕਿਵੇਂ ਮਾਲਕ ਨਾਲ ਮਿਲਾਪ ਹੋਇਆ। ਇਹ ਸਾਰੀ ਵਿਛੋੜੇ ਤੋਂ ਮਿਲਾਪ ਤੱਕ ਦੀ ਕਹਾਣੀ ਸੁਣਾਓ, ਜਿਸ ਨੂੰ ਗੁਰਬਾਣੀ ਗੁਰੂ ਵਿੱਚ ਫਿਰ ਕਥ ਕਹਾਣੀ ਦਾ ਨਾਮ ਦਿੱਤਾ। ਸਤਿਗੁਰੂ ਫਰਮਾਉਂਦੇ, ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ, ਮੇਰੇ ਹਰ ਪ੍ਰਭ ਕੀ ਅਕਥ ਕਹਾਣੀ, ਕਿਉਂ ਪਾਈਏ ਕਿਉਂ ਦੇਖੀਏ, ਮੇਰਾ ਹਰ ਪ੍ਰਭ ਸੁਗੜ ਸਜਾਣ। ਵੀ ਗੁਰਸਿੱਖੋ ਇਹ ਕਹਾਣੀ ਦੱਸੋ, ਸੁਣਾਓ ਵੀ ਤੁਸੀਂ ਕਿਵੇਂ ਪਰਮਾਤਮਾ ਨੂੰ ਦੇਖਿਆ, ਤੁਸੀਂ ਕਿਵੇਂ ਮਿਲਾਪ ਕੀਤਾ, ਇਹ ਸਾਰੀ ਕਹਾਣੀ ਦੱਸੋ। ਜਦੋਂ ਇੱਕ ਗੁਰਸਿੱਖ ਸਾਰੀ ਕਹਾਣੀ ਸੁਣਾਉਂਦਾ ਹੈ ਫਿਰ ਉਹ ਸਿੱਖ ਨੂੰ ਗੁਰੂ ਦੀ ਪਦਵੀ ਤੇ ਲਾਇਆ ਜਾਂਦਾ ਵੀ ਇਹ ਕਾਬਲ ਹੈ, ਇਹ ਲੱਗ ਸਕਦਾ। ਫਿਰ ਉਹ 5 ਪਿਆਰੇ ਗੁਰੂ ਰੂਪ ਜਦੋਂ ਹੁੰਦੇ ਸਤਿਗੁਰਾਂ ਦੀ ਹਜ਼ੂਰੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਤਿਗੁਰ ਦਾ ਖਿਤਾਬ, ਫਿਰ ਜਦੋਂ ਆਪਾਂ ਉਹਨਾਂ ਪਾਸ ਜਾਂਦੇ ਹਾਂ ਉਹਨਾਂ ਨੇ ਸਾਨੂੰ ਪਰਮਾਤਮਾ ਨੂੰ ਨੇੜੇ ਦਿਖਾਉਣਾ ਹੁੰਦਾ, ਪਾਰ ਬ੍ਰਹਮ। ਇਹ ਫਿਰ ਨਿਸ਼ਾਨੀ ਪੂਰੇ ਗੁਰੂ ਦੀ। ਮਾਰੇ ਫਰਮਾਉਂਦੇ, ਪੂਰੇ ਗੁਰ ਕਾ ਸੁਨ ਉਪਦੇਸ਼, ਆਰ ਬ੍ਰਹਮ ਨਿਕਟ ਕਰ ਪੀਖ।
ਬਈ ਜਦੋਂ ਸਾਨੂੰ ਪੂਰਾ ਗੁਰੂ ਉਪਦੇਸ਼ ਕਰਦੇ, ਉਹ ਸਾਨੂੰ ਵਿਧੀ ਤਰੀਕਾ ਦੱਸਦੇ, ਉਹ ਕਹਿੰਦੇ ਹੁਣ ਪਾਰ ਬ੍ਰਹਮ ਪਰਮਾਤਮਾ ਵਾਹਿਗੁਰੂ ਨੂੰ ਨੇੜੇ ਕਰਕੇ ਦੇਖੋ। ਉਹ ਜਦੋਂ ਆਪਾਂ ਨੇੜੇ ਦੇਖਦੇ, ਉਹ ਜੁਗਤੀ ਦੱਸਦੇ ਤੇ ਉਹ ਆਪਾਂ ਨੂੰ ਨੇੜੇ ਦਿਖਾ ਦਿੰਦੇ ਵੀ ਆਹ ਹੈ। ਫਿਰ ਜਦੋਂ ਆਪਾਂ ਪਰਮਾਤਮਾ ਨੂੰ ਦੇਖ ਲੈਂਦੇ ਹਾਂ, ਫਿਰ ਉਦੋਂ ਕਹਿੰਦੇ ਵੀ ਹੁਣ ਤੁਸੀਂ ਨਾਲ ਹੀ ਰਹਿਣਾ ਪਰਮਾਤਮਾ ਦੇ, ਹੁਣ ਵਿੱਚ ਪੜਦਾ ਨਹੀਂ ਆਉਣ ਤੇ। ਵੀ ਪਹਿਲਾਂ ਵਿੱਚ ਪੜਦਾ ਪੈ ਗਿਆ ਸੀ ਭਰਮ ਦਾ, ਸਾਨੂੰ ਪਹਿਚਾਣ ਨਹੀਂ ਸੀ ਪਰਮਾਤਮਾ ਦੀ ਵੀ ਇਹ ਸਾਡਾ ਮਾਤਾ ਪਿਤਾ, ਇਹ ਸਾਡਾ ਜਨਮਦਾਤਾ ਹੈ, ਜਿਹਨੇ ਸਾਨੂੰ ਪੈਦਾ ਕੀਤਾ। ਗੁਰੂ ਨੇ ਫਿਰ ਸਾਨੂੰ ਉਹ ਪਹਿਚਾਣ ਕਰਾਉਣੀ ਹੁੰਦੀ ਸੱਚ ਦੀ। ਜੋ ਸਾਡੇ ਅੰਦਰ ਨਾਮ ਹੈ, ਜੋ ਸਾਡੇ ਸਾਰਿਆਂ ਲਈ ਹੁਕਮ ਹੈ, ਪਰਮਾਤਮਾ ਦੀ ਆਵਾਜ਼ ਜਿਹਦੇ ਨਾਲੋਂ ਸਾਡੀ ਲਿਵ ਟੁੱਟ ਚੁੱਕੀ, ਉਹ ਉਹਨਾਂ ਨੇ ਟੁੱਟੀ ਹੋਈ ਗੰਢਣੀ ਹੁੰਦੀ ਸਾਡੀ, ਟੁੱਟੀ ਹੋਈ ਸਾਡੀ ਜੋੜਨੀ ਵਾਪਸ। ਮਹਾਰਾਜ ਕਹਿੰਦੇ ਅੰਦਰੋਂ ਜਿਨਕ ਮੋਹ ਟੁੱਟਾ ਤਿਨਕ ਸ਼ਬਦ ਸੱਚੀ ਸਵਾਰੀ ਹੈ। ਵੀ ਜਿਨ੍ਹਾਂ ਦੀ ਲੈਵ ਅੰਦਰੋਂ ਟੁੱਟ ਚੁੱਕੀ ਨਾਮ ਦੇ ਨਾਲੋਂ, ਉਹ ਟੁੱਟੀ ਹੋਈ ਦੁਬਾਰਾ ਗੁਰੂ ਨੇ ਗੰਢਣੀ ਵਾਪਸ ਜੋੜ ਦੇਣੀ। ਫਿਰ ਸਾਡੇ ਮਨ ਦੀ ਜਿਹੜੀ ਜੋਤ ਗੁਪਤ ਹੋ ਚੁੱਕੀ, ਸਾਨੂੰ ਦਿਸਦਾ ਨਹੀਂ। ਪਰਮਾਤਮਾ ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ, ਪਰ ਸਾਨੂੰ ਦਿਖਾਈ ਨਹੀਂ ਦਿੰਦਾ। ਉਹ ਸਾਡੇ ਮਨ ਦੀ ਜੋਤ ਗੁਰੂ ਨੇ ਪ੍ਰਗਟ ਕਰਨੀ ਸੀ, ਜਿਸ ਨੂੰ ਆਵਾ ਪੜ੍ਹਦੇ ਰੋਜ਼ ਸਾਹਮਣੇ ਜੋਤ, ਜੋਤ ਹੈ ਸੋਈ, ਤਿਸ ਦੇ ਚਾਨਣ ਸਾਹਮਣੇ ਚਾਨਣ ਹੋਈ। ਗੁਰਸਾਖੀ ਜੋਤ ਪ੍ਰਗਟ ਹੋਈ। ਗੁਰੂ ਨੇ ਫਿਰ ਉਹ ਜੋਤ ਪ੍ਰਗਟ ਕਰਕੇ ਸਾਡੀ ਟੁੱਟੀ ਹੋਈ ਨਾਮ ਦੇ ਨਾਲ ਗੰਢ ਕੇ ਸਾਨੂੰ ਮਾਲਕ ਦੇ ਸਨਮੁਖ ਕਰਕੇ, ਫਿਰ ਜੋ ਸਾਡੇ ਅੰਦਰ ਆਤਮਾ, ਜਿਹਨੂੰ ਸਤਿਪੁਰਖ ਆਤਮ ਰਾਮ ਕਹਿੰਦੇ, ਸਤਿਗੁਰੂ ਕਹਿੰਦੇ, ਉਹਦੇ ਦਰਸ਼ਨ ਕਰਾਉਣੇ ਆਤਮਾ ਦੇ। ਫਿਰ ਇਹ ਆਪਾਂ ਨੂੰ ਕਿਹਾ ਜਾਂਦਾ ਵੀ ਅੰਮ੍ਰਿਤ ਦੀ ਦਾਤ ਦੇ ਕੇ, ਫਿਰ ਇਹ ਆਪਣਾ ਉਸ ਦਿਨ ਤੋਂ ਗੁਰਮਤਿ ਦੇ ਵਿੱਚ ਜਨਮ ਮੰਨਿਆ ਜਾਂਦਾ ਸੱਚ। ਵੀ ਹੁਣ ਇਹਨਾਂ ਦਾ ਜਿਹੜਾ ਜਨਮ ਹੈ ਉਹ ਹੋ ਗਿਆ, ਅਤੇ ਸਾਡੇ ਮਨ ਦਾ ਜਨਮ ਫਿਰ ਕਿੱਥੇ ਕਰਾਉਂਦੇ? ਪਹਿਲਾਂ ਤਾਂ ਅਸੀਂ ਇਹ ਮਾਇਆ ਦੇ ਗਰਭ ਦੇ ਵਿੱਚ ਹੁੰਦੇ, ਜਦੋਂ ਤ੍ਰੈ ਗੁਣਾਂ 'ਚ ਹੁੰਦੇ, ਇਹਨੂੰ ਮਾਇਆ ਦਾ ਗਰਭ ਕਹਿੰਦੇ। ਇਹ ਮਾਇਆ ਦੇ ਗਰਭ ਦੇ ਵਿੱਚੋਂ ਕੱਢ ਕੇ ਸਾਡੇ ਮਨ ਨੂੰ, ਸਾਡੇ ਮਨ ਦਾ ਜਨਮ ਕਰਾ ਦਿੰਦੇ ਆਨੰਦਪੁਰੀ ਦੇ ਵਿੱਚ। ਆਨੰਦਪੁਰੀ ਕਹਿੰਦੇ ਨਿਜ ਮਹਿਲ ਨੂੰ, ਫਿਰ ਘਰ 10ਵਾਂ ਦਵਾਰ, ਜਿਹਨੂੰ ਸ਼ਿਵਪੁਰੀ ਦਾ ਵੀ ਨਾਮ ਦਿੱਤਾ। ਸ਼ਿਵ ਕਹਿੰਦੇ ਪਰਮਾਤਮਾ ਨੂੰ, ਮਾਰੇ ਕਹਿੰਦੇ ਗੁਰ ਪ੍ਰਸ਼ਾਦੀ ਸ਼ਿਵ ਘਰ ਜੰਮੇ। ਵਿੱਚੋਂ ਸ਼ਗਤ ਗਵਾਈ, ਸ਼ਗਤ ਗਈ ਭਰਮ ਕੱਟਿਆ, ਸ਼ਿਵ ਜੋਤ ਜਗਾਈ। ਬਈ ਗੁਰੂ ਦੀ ਕਿਰਪਾ ਦੁਆਰਾ ਸਾਡੇ ਮਨ ਦਾ ਜਿਹੜਾ ਜਨਮ ਸੀ ਉਹ ਸ਼ਿਵ ਘਰ ਹੋ ਗਿਆ। ਸ਼ਿਵ ਕਹਿੰਦੇ ਮਾਲਕ ਨੂੰ, ਬਈ ਅਸੀਂ ਵਾਸੀ ਹੋ ਗਏ ਆਨੰਦਪੁਰੀ ਦੇ। ਅਤੇ ਇਸ ਵਾਸਤਾ ਜੀ ਫਿਰ ਆਪਾਂ ਕਹਿੰਦੇ ਹਾਂ ਵੀ ਜਦੋਂ ਗੁਰੂ ਵਾਲੇ ਬਣ ਜਾਂਦੇ ਹਾਂ, ਬਈ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਦੀ ਪੁੱਤਰ ਹਾਂ, ਕਿਉਂਕਿ ਸਾਡੀ ਟੁੱਟੀ ਹੋਈ ਨਾਦ ਦੇ ਨਾਲ ਗੰਢੀ ਗਈ ਨੇ ਗੁਰੂ ਨੇ। ਬਈ ਨਾਦ ਜਿਹੜਾ ਸਾਨੂੰ ਪਹਿਲਾਂ ਸੁਣਦਾ ਨਹੀਂ ਸੀ, ਉਹ ਸੁਣਨ ਲੱਗ ਗਿਆ ਮਾਲਕ ਦੀ ਆਵਾਜ਼ 'ਚ। ਫਿਰ ਵਾਸੀ ਕਿੱਥੇ ਦੇ ਹੋ ਗਏ? ਆਨੰਦਪੁਰੀ ਦੇ, ਆਨੰਦਪੁਰ ਸਾਹਿਬ ਦੇ। ਵੀ ਉਹ ਆਨੰਦਪੁਰ ਕਿੱਥੇ ਹੈ? ਜੋ ਸਾਡੇ ਅੰਦਰ, ਜਿੱਥੇ ਆਨੰਦ ਹੀ ਆਨੰਦ, ਜਿੱਥੇ ਸਾਡਾ ਸਾਹਿਬ ਬੈਠਾ ਮਾਲਕ, ਉੱਥੇ ਦੇ। ਫਿਰ ਉਸ ਦਿਨ ਤੋਂ ਆਪਣਾ ਜਿਹੜਾ ਜੀਵਨ ਇਹ ਗਿਣਿਆ ਜਾਂਦਾ ਹੈ ਵੀ ਜਦੋਂ ਅਸੀਂ ਮਾਲਕ ਨੂੰ ਦੇਖ ਲੈਂਦੇ, ਟੁੱਟੀ ਹੋਈ ਸਾਡੀ ਸ਼ਬਦ ਗੁਰੂ ਨਾਲ ਗੰਢੀ ਜਾਂਦੀ ਹੈ, ਸਾਡੇ ਮਨ ਦੀ ਜੋਤ ਪ੍ਰਗਟ ਹੋ ਜਾਂਦੀ। ਉਹ
ਉਸ ਦਿਨ ਤੋਂ ਫਿਰ ਕਹਿੰਦੇ ਵੀ ਹੁਣ ਇਹਨਾਂ ਦਾ ਜੀਵਨ ਸ਼ੁਰੂ ਹੋਇਆ। ਮਾਰੇ ਕਹਿੰਦੇ ਜੀਵਨ ਤੋ ਗਣੀਏ ਜਾ ਹਰ ਪੇਖਾਂ, ਬਈ ਸਾਡਾ ਜੀਵਨ ਗਿਣਿਆ ਗਿਣਤੀ 'ਚ ਹੀ ਉਦੋਂ ਆਉਂਦਾ ਹੈ ਜਦੋਂ ਅਸੀਂ ਹਰੀ ਨੂੰ ਦੇਖ ਲੈਂਦੇ, ਪਰਮਾਤਮਾ ਨੂੰ, ਵਾਹਿਗੁਰੂ ਨੂੰ। ਜਦੋਂ ਗੁਰੂ ਸਾਡਾ ਭਰਮ ਦਾ ਪਰਦਾ ਪਾਸੇ ਕਰ ਦਿੰਦਾ ਹੈ, ਫਿਰ ਉਹ ਸਾਨੂੰ ਪਹਿਚਾਣ ਕਰਾ ਦਿੰਦੇ ਮਾਲਕ ਸੀ। ਉਦੋਂ ਕਹਿੰਦੇ ਵੀ ਹੁਣ ਇਹਨਾਂ ਦਾ ਜੀਵਨ ਸ਼ੁਰੂ ਹੋਇਆ। ਚਾਹੇ ਆਪਣੀ ਉਮਰ ਸੰਸਾਰੀ ਕਿੰਨੀ ਵੀ ਲੰਮੀ ਹੋ ਜੇ, ਚਾਹੇ 100 ਸਾਲ ਹੋ ਜੇ ਸਾਡੀ ਉਮਰ, ਆਵਾ ਖਾਂਦੇ ਪੀਂਦੇ ਰਹੀਏ, ਹਟਾਉਂਦੇ ਰਹੀਏ, ਪਰ ਅਸੀਂ ਪ੍ਰਵਾਨ ਉਸ ਦਿਨ ਹੁੰਦੇ ਹਾਂ ਜਿੱਦਣ ਅਸੀਂ ਗੁਰੂ ਵਾਲੇ ਬਣ ਕੇ ਪਰਮਾਤਮਾ ਦੀ ਪਹਿਚਾਣ ਕਰ ਲੈਂਦੇ ਹਾਂ, ਸੱਚ ਦੀ। ਮਾਰੇ ਫਰਮਾਉਂਦੇ ਜੇ 100 ਵਰਿਆਂ ਜੀਵਨ ਖਾਣ, ਖਾਸਮ ਪਛਾਣੇ ਸੋ ਦਿਨ ਪ੍ਰਵਾਨ। ਬਈ ਅਸੀਂ ਉਸ ਦਿਨ ਪ੍ਰਵਾਨ ਹੁੰਦੇ ਜਿੱਦੇ ਅਸੀਂ ਗੁਰੂ ਵਾਲੇ ਬਣ ਕੇ ਆਪਦੇ ਖਸਮ ਦੀ ਪਹਿਚਾਣ ਕਰ ਲਈ, ਉਹਦੇ ਸਨਮੁਖ ਹੋ ਗਏ ਵੀ ਇਹ ਸਾਡਾ ਪਤੀ ਪਰਮੇਸ਼ਰ ਹੈ। ਫਿਰ ਇਸ ਅਵਸਥਾ 'ਚ ਕਹਿੰਦੇ ਮਨ ਨੂੰ ਵੀ ਹੁਣ ਤੂੰ ਨਾਲ ਹੀ ਰਹੀਂ, ਹੁਣ ਨਾ ਫਿਰ ਪੜਦਾ ਵਿੱਚ ਆ ਜਾਵੇ ਵੀ ਹੁਣ ਹਰ ਸਮੇਂ ਤੋਂ ਪਰਮਾਤਮਾ ਦੇ ਸਨਮੁਖ ਰਹਿਣਾ। ਇਸ ਅਵਸਥਾ 'ਚ ਫਿਰ ਗੁਰੂ ਅਮਰਦਾਸ ਜੀ ਕਹਿੰਦੇ ਸਾਨੂੰ ਰੋਜ਼, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਵੀ ਤੂੰ ਸਦਾ ਹੀ ਹਰੀ ਦੇ ਨਾਲ ਰਹਿਣਾ, ਵੀ ਹੁਣ ਵਿੱਚ ਪੜਦਾ ਨਹੀਂ ਆਉਣ ਦੇਣਾ, ਵੀ ਦੇਖੀ ਜਾਣਾ ਲਗਾਤਾਰ ਮਾਲਕ। ਫਿਰ ਦੇਖ ਦੇਖ ਕੇ ਸਤਿਗੁਰ ਦੀ ਸੇਵਾ ਕੀਤੀ ਜਾਂਦੀ। ਵਾਹਿਗੁਰੂ ਦੀ ਜਿਹੜੀ ਸੇਵਾ ਪਰਮਾਤਮਾ ਦੀ, ਉਹ ਇਹਨਾਂ ਹੱਥਾਂ ਪੈਰਾਂ ਨਾਲ ਨਹੀਂ ਹੁੰਦੀ, ਉਹ ਦ੍ਰਿਸ਼ਟੀ ਦੁਆਰਾ ਕੀਤੀ ਜਾਂਦੀ, ਨਜ਼ਰਾਂ ਦੁਆਰਾ ਦੇਖ ਦੇਖ ਕੇ। ਨਜ਼ਰ ਕਹਿੰਦੇ ਆਪਣੀ ਦ੍ਰਿਸ਼ਟੀ ਨੂੰ, ਨੇਤਰਾਂ ਨੂੰ, ਨਜ਼ਰਾਂ ਦੁਆਰਾ ਹੀ ਅਸੀਂ ਮਾਲਕ ਨੂੰ ਦੇਖੀ ਜਾਣਾ। ਦੇਖ ਦੇਖ ਕੇ ਫਿਰ ਸਾਡਾ ਮਨ ਵਸ ਵਿੱਚ ਰਹਿੰਦਾ, ਦੇਖ ਦੇਖ ਕੇ ਹੀ ਮਨ ਸਾਡਾ ਨਿਰਮਲ ਰਹਿੰਦਾ ਪਰਮਾਤਮਾ। ਇਹ ਫਿਰ ਸੇਵਾ ਜਿਹਨੂੰ ਮਹਾਰਾਜ ਕਹਿੰਦੇ ਨਦਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਈ, ਨਦਰੀ ਇਹ ਮਨ ਵਸ ਆਵੇ, ਨਦਰੀ ਮਨ ਨਿਰਮਲ ਹੋਈ। ਜਿਹੜਾ ਹੁਣ ਜੀਵ ਕਹਿ ਦਿੰਦੇ ਵੀ ਮਨ ਸਾਡਾ ਵਸ 'ਚ ਨਹੀਂ ਆਉਂਦਾ ਜੀ, ਮਨ ਨਹੀਂ ਟਿਕਦਾ, ਇਹ ਮਨ ਫੇਰ ਵਸ 'ਚ ਆਉਂਦਾ ਜਦੋਂ ਅਸੀਂ ਗੁਰੂ ਵਾਲੇ ਬਣ ਕੇ ਸਤਿਗੁਰ ਦੇ ਸਨਮੁਖ ਹੋ ਜਾਂਦੇ ਹਾਂ। ਦ੍ਰਿਸ਼ਟੀ ਦੁਆਰਾ ਜਦੋਂ ਸਤਿਗੁਰ ਦੀ ਸੇਵਾ ਕਰਦੇ ਹਾਂ, ਉਦੋਂ ਫਿਰ ਮਹਾਰਾਜ ਕਹਿੰਦੇ ਨਦਰੀ ਇਹ ਮਨ ਵਸ ਆਵੇ। ਵੀ ਜਦੋਂ ਨਜ਼ਰਾਂ ਦੁਆਰਾ ਸੇਵਾ ਕਰਾਂਗੇ ਤੇ ਮਨ ਨੇ ਵਸ 'ਚ ਰਹਿਣਾ ਨਹੀਂ, ਕਿਸੇ ਪਾਸੇ ਜਾਣਾ ਹੀ ਨਹੀਂ। ਸੋ ਇਸ ਅਵਸਥਾ ਦੇ ਵਿੱਚ ਰਾਬਾ ਜਦੋਂ ਮਾਲਕ ਦੇ ਸਨਮੁਖ ਹੋ ਗਈ, ਪਰਮਾਤਮਾ ਨੂੰ ਦੇਖੀ ਜਾਣਾ, ਕੰਨਾਂ ਦੁਆਰਾ ਮਾਲਕ ਦੀ ਆਵਾਜ਼, ਉਹ ਪਿਆਰੇ ਦੀ ਆਵਾਜ਼ ਨੂੰ ਸੁਣੀ ਜਾਣਾ, ਨਾਲ ਸਿਮਰਨ ਕੀਤੀ ਜਾਣਾ। ਜਦੋਂ ਇਹ ਸਾਡੀ ਅਵਸਥਾ ਬਣ ਜਾਂਦੀ, ਉਦੋਂ ਸਾਨੂੰ ਫਿਰ ਜਿਉਂਦੇ ਜੀ ਹੀ ਦਰਗਾਹ ਦੇ ਵਿੱਚ ਥਾਂ ਹੈ। ਜਦੋਂ ਇਹ ਸਾਡੀ ਅਵਸਥਾ ਬਣ ਗਈ, ਸਾਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ। ਬਈ ਜਦੋਂ ਅਸੀਂ ਦੇਹ ਛੱਡੀਏ, ਮਗਰੋਂ ਸਾਡੇ ਅਰਦਾਸਾਂ ਕਰਾਉਣ ਵੀ ਇਹਨਾਂ ਨੂੰ ਦਰਗਾਹ 'ਚ ਥਾਂ ਦਿਓ ਜੀ, ਇਹਨਾਂ ਨੂੰ ਆਪਦੇ ਚਰਨਾਂ 'ਚ ਥਾਂ ਦਿਓ ਜੀ। ਕਿਸੇ ਦੀ ਸਿਫਾਰਿਸ਼ 'ਤੇ ਐਂ ਦਰਗਾਹ 'ਚ ਥਾਂ ਨਹੀਂ ਮਿਲਦੀ, ਕਿਸੇ ਦੀ ਸਿਫਾਰਿਸ਼ ਦੇ ਨਾਲ ਚਰਨਾਂ 'ਚ ਥਾਂ ਨਹੀਂ ਮਿਲਦੀ। ਉਹ ਦਰਗਾਹ ਦੇ ਵਿੱਚ ਸਾਨੂੰ ਥਾਂ ਲੈਣੀ ਪੈਂਦੀ ਜਦੋਂ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਰਸਤੇ 'ਤੇ ਚੱਲਦੇ। ਜਦੋਂ ਸਾਡੀ ਇਹ ਅਵਸਥਾ ਬਣ ਜਾਂਦੀ, ਸਾਹਮਣੇ ਨਜ਼ਰਾਂ ਦੁਆਰਾ ਆਪਾਂ ਸਤਿਗੁਰੂ ਨੂੰ ਦੇਖਦੇ, ਮਾਲਕ ਨੂੰ, ਕੰਨਾਂ ਦੁਆਰਾ ਮਾਲਕ ਦੀ ਆਵਾਜ਼ ਨੂੰ ਸੁਣਦੇ ਹਾਂ, ਅੰਤਰਗਤ ਸਾਡੇ ਰੋਮ ਰੋਮ ਅਭਿਆਸ ਚੱਲਦਾ ਤੇ ਸਾਨੂੰ ਜਿਉਂਦੇ ਜੀ ਦਰਗਾਹ 'ਚ ਥਾਂ। ਮਾਰੇ ਫਰਮਾਉਂਦੇ ਅੰਤਰ ਗੁਰ ਆਰਾਧਨ, ਜੇਬਾ ਜਪ ਗੁਰ ਨਾਉ,
ਨੇਤਰੀ ਸਤਿਗੁਰ ਪੇਖਣ, ਸਰਬਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾ। ਬਈ ਜਦੋਂ ਸਾਡੀ ਇਹ ਅਵਸਥਾ ਬਣ ਗਈ ਤੇ ਮਹਾਰਾਜ ਕਹਿੰਦੇ ਦਰਗਾਹ 'ਚ ਥਾਂ ਹੈ, ਤੁਹਾਨੂੰ ਜਿਉਂਦੇ ਜੀ ਦਰਗਾਹ 'ਚ ਥਾਂ। ਜਦੋਂ ਸਾਡੀ ਇਹ ਅਵਸਥਾ ਬਣ ਗਈ ਆਪਾਂ ਜਿਉਂਦੇ ਵੀ ਪ੍ਰਵਾਨ, ਤੇ ਜਦੋਂ ਅਸੀਂ ਦੇਹ ਛੱਡਾਂਗੇ ਅਸੀਂ ਉਦੋਂ ਵੀ ਪ੍ਰਵਾਨ। ਇਹ ਹੁਣ ਅਵਸਥਾ ਆਪਣੀ ਹੋਣੀ ਚਾਹੀਦੀ ਹੈ। ਜੇ ਆਪਾਂ ਚਾਹੁੰਦੇ ਹਾਂ ਨਾ ਵੀ ਅਸੀਂ ਜੀਵਨ ਮੁਕਤ ਹੋ ਜਾਈਏ, ਅਸੀਂ ਦੁਬਾਰਾ ਵਾਪਸ ਨਹੀਂ ਆਉਣਾ ਚਾਹੁੰਦੇ ਆਕਾਰਾਂ ਦੇ ਵਿੱਚ, ਜੂਨਾਂ ਦੇ ਵਿੱਚ, ਤੇ ਫਿਰ ਮਹਾਰਾਜ ਕਹਿੰਦੇ ਇਹ ਅਵਸਥਾ ਬਣਾਓ। ਹੁਣ ਇਹ ਅਵਸਥਾ ਬਣਨੀ ਸਾਡੀ ਗੁਰੂ ਦੀ ਮੱਤ ਲੈ ਕੇ, ਆਪ ਸਾਡੀ ਇਹ ਅਵਸਥਾ ਬਣ ਨਹੀਂ ਸਕਦੀ, ਕਿਉਂਕਿ ਸਾਨੂੰ ਭੇਦ ਨਹੀਂ ਆਉਂਦਾ। ਜਿਵੇਂ ਹੁਣ ਮਨਮੁਖ ਜੀਵ ਹੈ ਜਿਹੜਾ, ਜਿਹਨੇ ਸਤ ਸੰਗਤ ਨਹੀਂ ਕੀਤੀ, ਗੁਰੂ ਦੀ ਸ਼ਰਨ 'ਚ ਨਹੀਂ ਆਇਆ, ਉਹ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਵੀ ਰੱਬ ਨੂੰ ਵੀ ਦੇਖਿਆ ਜਾ ਸਕਦਾ, ਰੱਬ ਨੂੰ ਤਾਂ ਕੋਈ ਦੇਖ ਹੀ ਨਹੀਂ ਸਕਦਾ, ਵੀ ਰੱਬ ਵੀ ਕਦੇ ਦਿਸਦਾ ਹੈ। ਹੁਣ ਜਿਹੜੀ ਚੀਜ਼ ਦਿਸਦੀ ਨਹੀਂ, ਕਈ ਉਹਨੂੰ ਮੰਨਦੇ ਹੀ ਨਹੀਂ ਵੀ ਰੱਬ ਤਾਂ ਹੈ ਹੀ ਨਹੀਂ ਜੀ, ਕਿਉਂਕਿ ਦਿਸਦਾ ਨਹੀਂ, ਇਸ ਕਰਕੇ ਹੈ ਹੀ ਨਹੀਂ। ਹੁਣ ਆਪਦੀ ਥਾਂ 'ਤੇ ਉਹ ਵੀ ਠੀਕ ਨੇ, ਕਿਉਂਕਿ ਇਹਨਾਂ ਅੱਖਾਂ ਦੁਆਰਾ ਜਿਹੜੀ ਸਾਡੀ ਪਹਿਲਾਂ ਦ੍ਰਿਸ਼ਟੀ ਹੁੰਦੀ ਉਹ ਸਾਨੂੰ ਦਿਸਦਾ ਨਹੀਂ। ਮਹਾਰਾਜ ਕਹਿੰਦੇ ਇੰਨੀ ਅੱਖੀ ਨਜ਼ਰ ਨਾ ਆਵੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਬਈ ਅੱਖਾਂ ਤਾਂ ਉਹੀ ਨੇ, ਪਹਿਲਾਂ ਸਾਨੂੰ ਦਿਸਦਾ ਨਹੀਂ, ਤੇ ਜਦੋਂ ਗੁਰੂ ਸਾਨੂੰ ਉਹ ਵਿਧੀ ਤਰੀਕਾ ਦੱਸਦੇ ਉਹ ਦ੍ਰਿਸ਼ਟੀ ਸਾਡੀ ਬਦਲ ਜਾਂਦੀ, ਫਿਰ ਇਹੀਓ ਅੱਖਾਂ ਪਰਮਾਤਮਾ ਨੂੰ ਦੇਖਣ ਲੱਗ ਜਾਂਦੀ। ਫਿਰ ਇਹਨਾਂ ਹੀ ਨਜ਼ਰਾਂ ਦੁਆਰਾ ਸਾਨੂੰ ਉਹਦੇ ਦਰਸ਼ਨ ਹੋਣ ਲੱਗ ਜਾਂਦੇ, ਦਿਸਣ ਲੱਗ ਜਾਂਦਾ, ਪਹਿਲਾਂ ਦਿਸਦਾ ਨਹੀਂ ਹੁੰਦਾ। ਹੁਣ ਇਸ ਵਾਸਤੇ ਜਦ ਤੱਕ ਹੁਣ ਅਸੀਂ ਮਾਲਕ ਨੂੰ ਦੇਖਦੇ ਨਹੀਂ, ਉਹਨਾਂ ਸਮਾਂ ਇਹ ਜਿਹੜੀਆਂ ਸਾਡੀਆਂ ਅੱਖਾਂ ਇਹ ਸੰਸਾਰ ਦੇ ਰੰਗ ਤਮਾਸ਼ੇ ਦੇਖ ਦੇਖ ਕੇ ਇਹ ਰੱਜਦੀਆਂ ਨਹੀਂ, ਇਹਨਾਂ ਨੂੰ ਸਬਰ ਨਹੀਂ ਆਉਂਦਾ, ਇਹਨਾਂ ਨੂੰ ਸੰਤੋਖ ਨਹੀਂ ਆਉਂਦਾ। ਜਿੰਨਾ ਮਰਜ਼ੀ ਅਸੀਂ ਸੰਸਾਰ ਦੇ ਰੰਗ ਤਮਾਸ਼ੇ ਦੇਖੀ ਚੱਲੀਏ, ਇਹਨਾਂ ਦੀ ਤ੍ਰਿਪਤੀ ਨਹੀਂ ਹੋਣੀ। ਤਾਈਓ ਸਾਨੂੰ ਸਮਝਾਉਂਦੇ ਅੱਖੀਂ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ। ਵੀ ਇਹ ਅੱਖਾਂ ਨੂੰ ਰਾਜੀ ਨਹੀਂ ਆਉਂਦਾ, ਜਿੰਨੇ ਮਰਜ਼ੀ ਰੰਗ ਤਮਾਸ਼ੇ ਦੇਖੀ ਚੱਲੋ ਮਾਇਆ ਦੇ, ਇਹ ਰੱਜਦੀਆਂ ਹੀ ਨਹੀਂ ਦੇਖ ਦੇਖ ਕੇ। ਇਹਨਾਂ ਨੂੰ ਸਬਰ ਸੰਤੋਖ ਆਉਂਦਾ ਹੀ ਨਹੀਂ। ਹੁਣ ਇਹਨਾਂ ਨੂੰ ਸਬਰ ਸੰਤੋਖ ਫੇਰ ਆਉਣਾ, ਫੇਰ ਇਹਨਾਂ ਨੂੰ ਰੱਜ ਆਉਣਾ ਜਦੋਂ ਇੱਕ ਨੂੰ ਦੇਖਣਗੇ। ਜਦੋਂ ਅਸੀਂ ਪਰਮਾਤਮਾ ਨੂੰ ਦੇਖਦੇ ਹਾਂ ਫਿਰ ਇਹ ਸਾਡੇ ਨੇਤਰ ਸੰਤੋਖੇ ਜਾਂਦੇ, ਫਿਰ ਇਹਨਾਂ ਨੂੰ ਸੰਤੋਖ ਆ ਜਾਂਦਾ। ਮਾਇਆ ਨੂੰ ਜਿੰਨਾ ਅਸੀਂ ਮਰਜ਼ੀ ਦੇਖੀ ਚੱਲੀਏ, ਜੇ ਅਸੀਂ ਆਖੀਏ ਵੀ ਇਹ ਸਾਡੀ ਅੱਖਾਂ ਨੂੰ ਸੰਤੋਖ ਆ ਜਾਏਗਾ, ਇਹਨਾਂ ਨੂੰ ਸੰਤੋਖ ਆਉਣਾ ਹੀ ਨਹੀਂ। ਜਿਵੇਂ ਆਪਾਂ ਦੇਖਦੇ ਸੰਸਾਰ ਦੇ ਵਿੱਚ ਹੁਣ ਜੀਵ ਲੱਗੇ ਰੰਗ ਤਮਾਸ਼ੇ ਦੇਖਣ, ਜਿੰਨਾ ਮਰਜ਼ੀ ਆ ਮੋਬਾਈਲਾਂ 'ਤੇ ਨਾਟਕ ਦੇਖ ਲਓ, ਚੇਟਕ ਫਿਲਮਾਂ ਜੋ ਮਰਜ਼ੀ ਦੇਖੀ ਚੱਲੋ। ਜੇ ਅਸੀਂ ਆਖੀਏ ਵੀ ਸਾਡੀਆਂ ਇਹਨਾਂ ਅੱਖਾਂ ਨੂੰ ਤ੍ਰਿਪਤੀ ਹੋ ਜਾਏਗੀ, ਇਹਨਾਂ ਨੂੰ ਸੰਤੋਖ ਆ ਜਾਏਗਾ, ਇਹਨਾਂ ਨੂੰ ਸਬਰ ਆ ਜਾਏਗਾ, ਤੇ ਮਹਾਰਾਜ ਕਹਿੰਦੇ ਆਉਣਾ ਹੀ ਨਹੀਂ। ਕਿ ਆ ਗਏ ਇਹਨਾਂ ਨੂੰ ਸਬਰ ਸੰਤੋਖ ਫੇਰ ਆਉਣਾ ਜਦੋਂ ਇਹ ਇੱਕ ਨੂੰ ਦੇਖਣਗੀਆਂ, ਜਦੋਂ ਅਸੀਂ ਮਾਲਕ ਨੂੰ ਦੇਖਾਂਗੇ ਫਿਰ ਇਹ ਰਾਜੇ ਜਾਂਦੀ। ਤਾਈਓ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਅੱਖੀਂ ਸੰਤੋਖੀਆ ਏਕਾ ਲੈਵਲ ਲਾਏ, ਮਨ ਸੰਤੋਖਿਆ ਦੂਜਾ ਭੋਗ ਵਾਏ। ਬਈ ਇਹ ਅੱਖਾਂ ਨੂੰ ਫੇਰ ਸੰਤੋਖ ਆਉਣਾ, ਫਿਰ ਇਹਨਾਂ ਨੂੰ ਸਬਰ ਆਉਣਾ, ਫਿਰ ਇਹਨਾਂ ਨੇ ਰੱਜਣਾ ਜਦੋਂ ਇੱਕ ਦੇ ਨਾਲ ਲਿਵ ਲੱਗੀ। ਜਦੋਂ ਇੱਕ ਨੂੰ ਦੇਖਾਂਗੇ, ਦੇਖ ਦੇਖ ਕੇ ਸਾਡੀਆਂ ਅੱਖਾਂ ਨੂੰ ਸਬਰ ਸੰਤੋਖ ਆ ਜਾਣ, ਇਹਨਾਂ ਦੀ ਤ੍ਰਿਪਤੀ ਹੋ ਜਾਣ। ਜਦ ਤੱਕ ਹੁਣ ਇੱਕ ਨੂੰ ਦੇਖਦੀਆਂ ਨਹੀਂ, ਉਹਨਾਂ ਸਮਾਂ ਇਹਨਾਂ ਦੀ ਤ੍ਰਿਪਤੀ ਹੁੰਦੀ ਨਹੀਂ, ਰੱਜਦੀਆਂ ਹੀ ਨਹੀਂ। ਜਿੰਨਾ ਮਰਜ਼ੀ ਅਸੀਂ ਸੰਸਾਰ ਨੂੰ ਦੇਖੀ ਚੱਲੀਏ। ਇਸੇ ਵਾਸਤੇ ਜੀ ਫਿਰ ਸਤਿਗੁਰੂ ਕਹਿੰਦੇ ਵੀ ਇਹਨਾਂ ਲੋਇਨਾਂ ਦੁਆਰਾ ਅਸੀਂ ਸਾਰੀ ਲਕਾਈ ਨੂੰ ਦੇਖ ਲਿਆ,
पर इन्हां दी जिहड़ी प्यास सी वो प्यास ना बुझी देखण दी। मारे कहंदे लोयण लोई डिठ, प्यास न बूझे मूँह कणी। नानक से अखड़ियाँ बेअन्न, जिन्हें डिसंदो मां पीरी। मारे कहंदे भी ये लकाई नूं तां जिन्ना मर्जी संसार नूं देख लीए, जिवें जीव कहंदा भी मैं घूम के देखा, मैं आह थां नहीं देखी, आह थां नहीं देखी, वो गांह दी गांह तृष्णा होर वधदी जांदी। पहला इधर दा देखी जांदा, फिर इधरों कहंदा होर देशां दे विच उधर भी जाके देखा भी किहो जिहा बनिया होया। जिथे मर्जी असीं सारी दुनिया घूम लीए, फिर भी ये साडियां जिहड़ियां अखां इन्हां दी तृप्ति नहीं होनी, इन्हां ने रजना नहीं, इन्हां नूं सबर संतोख नहीं आउणा। ते मारे कहंदे संतोख फेर आउणा जदों एक नूं देखांगे, मालक नूं, वाहिगुरू नूं, ते फिर इन्हां नूं संतोख आ जांदा, ते फिर साडी देखण दी होर किसे नूं इच्छा ही नहीं रहिंदी। फिर गुरमुखां ने आखिया जदों मालक नूं देख लिया, देख देख के फिर सेवा कर करके उन्हां ने इन्ना प्रेम पा लिया मालक दे नाल। वो कहंदे भी हुण असीं तैनूं ही देखीए, होर असीं दूजा कोई देखीए। मारे कहंदे दोए दोए लोचन पेखां, हौ हर दिन अवर न देखा। बई हुण असीं तैनूं ही देखीए, ते तो बिना होर कोई दूजा सानूं नज़र ही ना आवे। इन्ना प्यार, इन्नी प्रीत भी होर देखण दी कोई इच्छा ही नहीं। संसार दे विच ऐसी कोई चीज़ नहीं भी जिन्हों देख के असीं कह दईए भी इहनूं देखण तो बाद हुण साडी कोई इच्छा नहीं भी असीं होर किसे नूं देखीए। माया दे विच ऐसी कोई चीज़ नहीं बनी हजे तक बई जिन्हों देखण दे नाल असीं आखीए भी हुण असीं होर ना कुछ देखीए, क्योंकि सबर संतोख आउंदा ही नहीं देख के माया। सिर्फ एक मालक ही है परमात्मा। जदों असीं उहनूं देख लिया, फिर गुरमुखां ने आखिया भी हुण साडी होर कोई इच्छा नहीं भी असीं दूजा देखीए, भी असीं सिर्फ तैनूं ही देखीए। फिर गुरमुख बाहर भी मालक नूं देखदे ते अंदर भी उहनूं ही देखदे, क्योंकि सब दे अंदर भी बैठा है ते बाहर भी उहिओ मौजूद। फिर इनू कहते भी देख देख के सतगुर की सेवा करनी, मालक की सेवा करनी। इन्हां लोयणा द्वारा जदों असी मालक नूं देखते हैं, ये साडे नेत्र विसमाद च आ जाते। विसमाद हुंदा भी आनंद दे विच, उहनूं देख देख के सानूं खुमारी होई चढ़ी जाती मालक। इस वास्ते फिर महाराज कहते लोयण देख रहे विसमादी। बई लोयण साडे देख देख के मालक नूं विसमाद विच आ गई। चित अदृष्ट लगाई, अदृष्ट सदा रहे निरालम, ज्योति ज्योत मिलाई। बई गुरमुख फिर वो अदृष्ट नूं मालक नूं देख देख के साडी जोत दे विच फिर जोत मिल जाती। मन देख देख के मालक नूं सेवा कर कर के परमात्मा दे विच ही समा जांदा, उहदे विच ही लीन हो जांदा। इस वास्ते जदों फिर गुरमुख मालक दे सन्मुख हो गई, आवा गुरु वाले बन के परमात्मा दी सेवा ते लागे, सानू गुरु ने सतगुर दी सेवा ते ला दिता। फिर आवा नूं कहंदे भी हुण ये कीती हुई सेवा साडी सफल है जदों असीं एक मन एक चित हो के करदे। सतगुर की सेवा सफल है, जे को करे चित लाई, मन चिंध्या फल पावन, हौमे विचों जाए। हुण ये जदों असीं सतगुर की सेवा करते दृष्टि द्वारा
ਸਾਨੂੰ ਮਨ ਚਿੰਦਿਆ ਫਲ ਪ੍ਰਾਪਤ ਹੁੰਦਾ ਅਤੇ ਸਾਡੇ ਅੰਦਰੋਂ ਹਉਮੈ ਜਿਹੜੀ ਇਹਦਾ ਨਾਸ ਹੋ ਜਾਂਦਾ, ਹਉਮੈ ਖਤਮ ਹੋ ਜਾਂਦੀ। ਸੱਚਾ ਸਾਹਿਬ ਜੋ ਮਾਲਕ ਜੇ ਸਾਡੇ ਹਿਰਦੇ 'ਚੋਂ ਵਸ ਜਾਂਦਾ ਹੈ, ਸੇਵਾ ਕਰ ਕਰਕੇ ਮਨ ਦੇ ਵਿੱਚ ਅਸੀਂ ਵਸਾ ਲੈਂਦੇ ਮਾਲਕ ਨੂੰ, ਫਿਰ ਸਾਡੀ ਜੋ ਵੀ ਇੱਛਾ ਹੁੰਦੀ ਮਨ ਦੀ ਉਹ ਮਾਲਕ ਆਪ ਪੂਰੀ ਕਰਦਾ। ਜੋ ਵੀ ਆਪਾਂ ਬੇਨਤੀ ਕਰਦੇ ਹਾਂ ਫਿਰ ਉਹ ਬੜੇ ਧਿਆਨ ਦੇ ਨਾਲ ਸੁਣਦਾ ਹੈ। ਮਾਰੇ ਫਰਮਾਉਂਦੇ ਸੱਚਾ ਸਾਹਿਬ ਮਨ ਵਸੀ, ਤਾਂ ਮਨ ਚਿੰਦਿਆ ਫਲ ਪਾਈ। ਨਾਨਕ ਤਿਨ ਕਾ ਆਖਿਆ ਆਪ ਸੁਣੇ, ਜੇ ਲੈਣ ਪੰਨੇ ਪਾਈ। ਬਈ ਫਿਰ ਜੋ ਵੀ ਆਪਾਂ ਕਹਿੰਦੇ ਹਾਂ ਮਾਲਕ ਬੜੇ ਧਿਆਨ ਦੇ ਨਾਲ ਸੁਣਦਾ। ਬਈ ਮੇਰਾ ਬੱਚਾ ਮੈਨੂੰ ਕੀ ਕਹਿ ਰਿਹਾ, ਫਿਰ ਜੋ ਵੀ ਸਾਡੇ ਮਨ ਦੀ ਇੱਛਾ ਹੁੰਦੀ ਉਹ ਮਾਲਕ ਆਪ ਪੂਰੀ ਕਰਦੇ ਜਦੋਂ ਸਾਡੇ ਹਿਰਦੇ 'ਚ ਵਸ ਜਾਂਦੇ। ਹੁਣ ਵਸਣਾ ਸਾਡੇ ਹਿਰਦੇ 'ਚ ਮਾਲਕ ਨੇ, ਉਹਦੀ ਸੇਵਾ ਕਰ ਕਰਕੇ ਜਦੋਂ ਅਸੀਂ ਦੇਖੀ ਜਾਵਾਂਗੇ ਮਾਲਕ ਨੂੰ, ਬਾਹਰ ਵੀ ਉਹ ਹੈ ਅਤੇ ਅੰਦਰ ਵੀ ਉਹੀ ਹੈ। ਹੁਣ ਦੇਖ ਦੇਖ ਕੇ ਫਿਰ ਅਸੀਂ ਹਿਰਦੇ 'ਚ ਵਸਾ ਲੈਣਾ ਮਨ ਦੇ ਵਿੱਚ। ਜਿਵੇਂ ਹੁਣ ਇਹ ਮਾਇਆ ਸਾਡੇ ਮਨ ਦੇ ਵਿੱਚ ਵਸੀ ਹੋਈ ਹੈ। ਅਸੀਂ ਇਹ ਮਾਇਆ ਨੂੰ ਦੇਖ ਦੇਖ ਕੇ ਇਹਦੇ ਨਾਲ ਅਸੀਂ ਪਿਆਰ ਪਾਏ ਅਤੇ ਇਹਨੂੰ ਅਸੀਂ ਦੇਖ ਦੇਖ ਕੇ ਮਨ ਦੇ ਵਿੱਚ ਵਸਾ ਲਏ, ਸਾਡੇ ਹਿਰਦੇ 'ਚ ਵਸ ਗਈ ਹੈ ਮਾਇਆ। ਇਹ ਆਕਾਰ ਸਰੀਰ ਇਹ ਸਾਡੇ ਮਨ 'ਚ ਵਸੇ ਹੋਏ। ਉਹਨੇ ਮਾਇਆ ਵੀ ਦੇਖ ਦੇਖ ਕੇ ਵਸਦੀ ਅਤੇ ਪਰਮਾਤਮਾ ਨੇ ਵੀ ਦੇਖ ਦੇਖ ਕੇ ਸਾਡੇ ਮਨ 'ਚ ਵਸਣਾ। ਜਦੋਂ ਅਸੀਂ ਮਾਲਕ ਨੂੰ ਦੇਖੀ ਜਾਵਾਂਗੇ ਫਿਰ ਉਹ ਸਾਡੇ ਮਨ ਨੂੰ ਮੋਹ ਲੈਂਦੇ। ਜਿਵੇਂ ਇਹ ਮਾਇਆ ਇਹ ਵੀ ਮੋਹਣੀ ਹੈ, ਇਹ ਮਾਇਆ ਮੋਹਣੀ ਸਾਡੇ ਮਨ ਨੂੰ ਮੋਹ ਲੈਂਦੀ ਹੈ। ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ। ਹੁਣ ਜਦੋਂ ਅਸੀਂ ਇਹ ਮਾਇਆ ਨੂੰ ਦੇਖਦੇ ਹਾਂ, ਇਹ ਦੇਖ ਦੇਖ ਕੇ ਸਾਡੇ ਮਨ ਨੂੰ ਮੋਹ ਲੈਂਦੀ, ਸਾਡੇ ਮਨ ਨੂੰ ਖਿੱਚ ਲੈਂਦੀ, ਆਪਦੇ ਨਾਲ ਪਿਆਰ ਪਾ ਲੈਂਦੀ। ਹੁਣ ਜਦੋਂ ਅਸੀਂ ਪਰਮਾਤਮਾ ਨੂੰ ਦੇਖਾਂਗੇ ਅਤੇ ਉਹਨੂੰ ਵੀ ਮੋਹਣ ਆਖੇ, ਉਹ ਵੀ ਸਾਡੇ ਮਨ ਨੂੰ ਮੋਹ ਲੈਂਦਾ। ਪਹਿਲਾਂ ਇਹ ਮਾਇਆ ਮੋਹ ਲੈਂਦੀ ਸਾਡੇ ਮਨ ਨੂੰ, ਅਤੇ ਜਦੋਂ ਅਸੀਂ ਇਹ ਮਾਇਆ ਨੂੰ ਛੱਡ ਕੇ ਪਰਮਾਤਮਾ ਨੂੰ ਦੇਖਦੇ ਹਾਂ ਫਿਰ ਇਹ ਮਾਇਆ ਥੱਲੇ ਰਹਿ ਜਾਂਦੀ, ਫਿਰ ਉਹ ਮਾਲਕ ਸਾਡੇ ਮਨ ਨੂੰ ਮੋਹ ਲੈਂਦਾ। ਜਿਸ ਨੂੰ ਮਹਾਰਾਜ ਕਹਿੰਦੇ ਮੋਹਣ ਮੋਹ ਲੀਆ ਮਨ ਮੇਰਾ, ਵੀ ਉਹ ਮੋਹਣ ਨੇ ਮਨ ਨੂੰ ਮੋਹ ਲਿਆ। ਉਹ ਕਿਵੇਂ ਮੋਹਦੇ, ਜਦੋਂ ਆਪਾਂ ਉਹਨੂੰ ਦੇਖੀ ਜਾਂਦੇ, ਦੇਖ ਦੇਖ ਕੇ ਸਾਡੀਆਂ ਅੱਖਾਂ ਦੇ ਵਿੱਚ ਅੱਖਾਂ ਮਿਲਦੀਆਂ ਮਾਲਕ ਦੇ ਨਾਲ। ਸਾਡੀ ਜਦੋਂ ਸੁਰਤੀ ਪਰਮਾਤਮਾ ਨੂੰ ਦੇਖਦੀ ਹੈ, ਦੇਖ ਦੇਖ ਕੇ ਸਾਡੇ ਨੇਤਰਾਂ ਦੇ ਵਿੱਚ ਨੇਤਰ ਮਿਲ ਜਾਂਦੇ ਆ। ਜਦੋਂ ਨੇਤਰਾਂ ਦੇ ਨਾਲ ਨੇਤਰ ਮਿਲਦੇ ਅਤੇ ਫਿਰ ਸਾਡੀ ਸੁਰਤੀ ਕੰਨਾਂ 'ਚ ਆ ਜਾਂਦੀ, ਬਈ ਹੁਣ ਇਹ ਪਿਆਰੇ ਦੇ ਸਤਿਗੁਰ ਦੇ ਹੁਣ ਬਚਨ ਸੁਣੀਏ, ਵੀ ਮਾਲਕ ਦੀ ਆਵਾਜ਼ ਸੁਣੀਏ, ਵੀ ਇਹ ਪਿਆਰਾ ਸਾਡਾ ਬੋਲਦਾ ਕਿਵੇਂ। ਫਿਰ ਉਹ ਸਾਡੀ ਸੁਰਤੀ ਜਦੋਂ ਕੰਨਾਂ 'ਚ ਆਉਂਦੀ ਅਤੇ ਫਿਰ ਸਾਨੂੰ ਮਾਲਕ ਦੀ ਜਿਹੜੀ ਆਵਾਜ਼ ਹੈ, ਨਾਮ ਨਾਦ, ਫਿਰ ਸਾਨੂੰ ਉਹ ਸੁਣਾਈ ਦਿੰਦਾ। ਜਿਸ ਨੂੰ ਮਾਰੇ ਫਰਮਾਉਂਦੇ ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਈ। ਵੀ ਜਦੋਂ ਲੋਇਣਾਂ ਦੇ ਵਿੱਚ ਨੇਤਰਾਂ 'ਚ ਸਾਡੇ ਨੇਤਰ ਮਿਲੇ ਮਾਲਕ ਦੇ ਨਾਲ, ਅਤੇ ਸਾਡੀ ਸੁਰਤੀ ਆਪੇ ਹੀ ਆਪ ਮੁਹਾਰੇ ਕੰਨਾਂ 'ਚ ਆ ਗਈ, ਅਤੇ ਫਿਰ ਉਹ ਮਾਲਕ ਦੀ ਆਵਾਜ਼ ਸਾਨੂੰ ਸੁਣਨੀ ਸ਼ੁਰੂ ਹੋ ਜਾਂਦੀ। ਜਦੋਂ ਮਾਲਕ ਦੀ ਆਵਾਜ਼ ਸੁਣਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਮਾਲਕ ਤਾਂ ਬੜਾ ਮਿੱਠਾ ਬੋਲਦਾ, ਉਹ ਤਾਂ ਕਿੰਨਾ ਪਿਆਰਾ ਬੋਲਦਾ, ਉਹਦੀ ਆਵਾਜ਼ ਹੀ ਕਿੰਨੀ ਮਿੱਠੀ ਹੈ। ਜਦੋਂ ਅਸੀਂ ਉਹਦੀ ਆਵਾਜ਼ ਨੂੰ ਸੁਣਦੇ ਹਾਂ ਉਹਦੇ ਵਿੱਚ ਇੰਨੀ ਮਿਠਾਸ, ਉਹਦੇ 'ਚੋਂ ਹੀ ਸਾਨੂੰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਂਦਾ। ਮਾਲਕ ਦਾ ਜੋ ਨਾਮ, ਜੋ ਉਹਦੀ ਆਵਾਜ਼ ਹੈ, ਉਹਨੂੰ ਰਸਾਂ ਦੀ ਖਾਣ ਆਖੀ, ਜਿਹਦੇ ਵਿੱਚੋਂ ਅੰਮ੍ਰਿਤ ਆਉਂਦਾ।
ਜਿਹੜਾ ਸਾਡੇ ਮਨ ਦੀ ਖੁਰਾਕ, ਸਾਡੇ ਮਨ ਦਾ ਭੋਜਨ, ਜਦੋਂ ਅਸੀਂ ਉਹ ਅੰਮ੍ਰਿਤ ਪੀਂਦੇ ਹਾਂ ਤਾਂ ਅਸੀਂ ਸਦਾ ਲਈ ਅਮਰ ਹੋ ਜਾਂਦੇ। ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਦੋਂ ਆਪਾਂ ਫਿਰ ਮਾਲਕ ਨੂੰ ਦੇਖ ਵੀ ਲੈਂਦੇ ਹਾਂ, ਮਾਲਕ ਦੀ ਆਵਾਜ਼ ਨੂੰ ਵੀ ਸੁਣ ਲੈਂਦੇ ਹਾਂ, ਫਿਰ ਉਹ ਜਦੋਂ ਗੁਰਮੁਖਾਂ ਨੇ ਆਵਾਜ਼ ਨੂੰ ਸੁਣਿਆ ਤੇ ਫਿਰ ਸੁਣ ਕੇ ਉਹਨਾਂ ਨੇ ਆਖਿਆ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਬਈ ਸਾਡਾ ਜਿਹੜਾ ਸੱਜਣ, ਜਿਹੜਾ ਸਾਡਾ ਸੁਆਮੀ, ਜੋ ਸਾਡਾ ਪਤੀ, ਉਹ ਮਿੱਠ ਬੋਲੜਾ, ਉਹ ਬੜਾ ਮਿੱਠਾ ਬੋਲਦਾ, ਬੜਾ ਪਿਆਰਾ ਬੋਲਦਾ। ਉਹਦੀ ਆਵਾਜ਼ ਦੇ ਵਿੱਚ ਇੰਨੀ ਮਿਠਾਸ ਹੈ, ਇੰਨਾ ਅੰਮ੍ਰਿਤ ਹੈ। ਬਈ ਫਿਰ ਉਦਾਹਰਨਾਂ ਦਿੱਤੀਆਂ, ਜਿਵੇਂ ਸੰਸਾਰ ਦੀਆਂ ਚੀਜ਼ਾਂ, ਜਿਹੜੀਆਂ ਵਸਤੂਆਂ ਆਪਾਂ ਖਾਂਦੇ ਮਿੱਠੀਆਂ, ਜਿਵੇਂ ਖੰਡ ਹੋ ਗਈ, ਗੁੜ ਹੋ ਗਿਆ, ਮਿਸ਼ਰੀ ਹੋ ਗਈ, ਸ਼ਹਿਦ ਹੋ ਗਿਆ, ਇਹ ਮਿੱਠੀਆਂ ਚੀਜ਼ਾਂ। ਫਿਰ ਭਗਤਾਂ ਨੇ ਉਦਾਹਰਨ ਦਿੱਤੀ ਵੀ ਇਹ ਹੈ ਤਾਂ ਮਿੱਠੀਆਂ, ਪਰ ਉਨੀਆਂ ਮਿੱਠੀਆਂ ਨਹੀਂ ਜਿੰਨਾ ਤੇਰਾ ਨਾਮ ਮਿੱਠ, ਕਿਉਂਕਿ ਉਹਦੇ ਵਿੱਚ ਤਾਂ ਅੰਮ੍ਰਿਤ ਹੀ। ਜਿਹਨੂੰ ਮਾਰੇ ਕਹਿੰਦੇ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਵੀ ਇਹ ਵਸਤੂਆਂ ਹੈ ਤਾਂ ਮਿੱਠੀਆਂ, ਪਰ ਤੇਰਾ ਨਾਮ ਜਿਹੜਾ ਉਹ ਸਭ ਤੋਂ ਮਿੱਠਾ। ਹੁਣ ਇਸ ਵਾਸਤੇ ਫਿਰ ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ, ਉਹ ਨਾਮ ਦੀ ਮਿਠਾਸ ਸਾਡੇ ਵਿੱਚ ਵੀ ਆ ਜਾਂਦੀ। ਭਾਈਆਂ ਗੁਰਮੁਖਾਂ ਦੇ ਵਚਨ ਅੰਮ੍ਰਿਤਮਈ ਹੋ ਜਾਂਦੇ। ਜਿਵੇਂ ਪਰਮਾਤਮਾ ਦੇ ਮੁਖ 'ਚੋਂ ਜੋ ਆਵਾਜ਼ ਪ੍ਰਗਟ ਹੋ ਰਹੀ, ਨਾਮ, ਉਹਦੇ ਵਿੱਚ ਅੰਮ੍ਰਿਤ ਹੈ, ਅਤੇ ਉਹੀਓ ਗੁਣ ਗੁਰਮੁਖਾਂ 'ਚ ਆ ਜਾਂਦਾ। ਗੁਰਮੁਖ ਜਦੋਂ ਬੋਲਦੇ, ਉਹਨਾਂ ਦੇ ਮੁਖ ਦੇ ਵਿੱਚ ਵੀ ਅੰਮ੍ਰਿਤ ਆਉਂਦਾ, ਉਹਨਾਂ ਦੇ ਵਚਨਾਂ 'ਚ ਵੀ ਅੰਮ੍ਰਿਤ ਹੁੰਦਾ। ਭਾਈਆਂ ਫਿਰ ਉਹਨਾਂ ਦੇ ਵਚਨ ਜਦੋਂ ਅਸੀਂ ਸੁਣਦੇ ਹਾਂ, ਉਹ ਵਚਨਾਂ ਦੀ ਧੂੜੀ ਸਾਡੇ ਮਨ ਦੇ ਉੱਤੇ ਪੈਂਦੀ ਅਤੇ ਸਾਡੇ ਮਨ ਤੋਂ ਮੈਲ ਉਤਰ ਜਾਂਦੀ, ਸਾਡਾ ਹਿਰਦਾ ਸ਼ੁੱਧ ਹੋ ਜਾਂਦਾ, ਸਾਡੇ ਮਨ ਨੂੰ ਸੁੱਖ ਮਿਲਦਾ, ਸ਼ਾਂਤੀ ਆਉਂਦੀ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਗੁਰਮੁਖਾਂ ਦੇ ਵਚਨ ਸੁਣ ਕੇ ਸਾਡੇ ਮਨ ਨੂੰ ਇੰਨੀ ਸ਼ਾਂਤੀ ਆਉਂਦੀ ਹੈ, ਅਤੇ ਜਦੋਂ ਅਸੀਂ ਮਾਲਕ ਦੀ ਆਵਾਜ਼ ਨੂੰ ਸੁਣਾਂਗੇ, ਉਹਦੇ ਵਿੱਚ ਕਿੰਨਾ ਆਨੰਦ ਹੋਏਗਾ, ਕਿੰਨਾ ਸੁੱਖ ਹੋਏਗਾ। ਫਿਰ ਆਪਣਾ ਅਸਲ ਜੀਵਨ ਇਹ ਹੈ ਜੋ ਸਾਨੂੰ ਗੁਰਮਤਿ ਦੇ ਵਿੱਚ ਦੱਸਿਆ ਵੀ ਜਦੋਂ ਅਸੀਂ ਮਾਲਕ ਦੇ ਸਨਮੁਖ ਹੋ ਗਏ, ਫਿਰ ਪਰਮਾਤਮਾ ਦੀ ਸੇਵਾ ਕਰਨੀ, ਨਜ਼ਰਾਂ ਦੁਆਰਾ ਦੇਖ ਦੇਖ ਕੇ, ਅਤੇ ਮਾਲਕ ਦੀ ਆਵਾਜ਼, ਨਾਮ, ਹੁਕਮ, ਸ਼ਬਦ ਗੁਰੂ ਜਿਹਨੂੰ ਆਖਿਆ, ਸ਼ਬਦ ਗੁਰੂ ਦੀ ਸੇਵਾ ਕਰਨੀ ਸੁਣ ਸੁਣ ਕੇ। ਫਿਰ ਇਹ ਸਾਡਾ ਜੀਵਨ ਹੈ। ਜਦੋਂ ਅਸੀਂ ਸ਼ਬਦ ਗੁਰੂ ਦੀ ਸੇਵਾ ਕਰਕੇ ਸ਼ਬਦ ਗੁਰੂ ਨੂੰ ਹਿਰਦੇ 'ਚ ਵਸਾ ਲੈਂਦੇ, ਸਤਿਗੁਰ ਦੀ ਸੇਵਾ ਕਰ ਕਰਕੇ ਸਤਿਗੁਰ ਨੂੰ ਮਨ 'ਚ ਵਸਾ ਲੈਂਦੇ, ਫਿਰ ਆਪਾਂ ਜਿਉਂਦੇ ਹੀ ਪ੍ਰਵਾਨ। ਜਿੰਨਾ ਸਮਾਂ ਘਰ ਦੇ ਵਿੱਚ ਰਵਾਂਗੇ ਉਦੋਂ ਵੀ ਪ੍ਰਵਾਨ, ਜਦੋਂ ਦੇਹ ਛੱਡਾਂਗੇ ਉਦੋਂ ਵੀ ਪ੍ਰਵਾਨ। ਜਿਸ ਦਿਨ ਆਪਾਂ ਨੂੰ ਸ਼ਬਦ ਗੁਰੂ ਦੀ ਪਹਿਚਾਣ ਵੀ ਆ ਜਾਂਦੀ, ਅਸੀਂ ਉਸੇ ਦਿਨ ਹੀ ਪ੍ਰਵਾਨ ਹੋ ਜਾਂਦੇ। ਇੰਨੀ ਵਡਿਆਈ ਮਹਾਰਾਜ ਸ਼ਬਦ ਗੁਰੂ ਦੀ ਕਰਤੀ। ਸਤਿਗੁਰੂ ਫਰਮਾਉਂਦੇ, ਗੁਰਮੁਖ ਜੀਵੈ ਮਰੇ ਪ੍ਰਵਾਨ, ਆਰਜਾ ਨ ਸੀਜੇ ਸ਼ਬਦ ਪਛਾਣ। ਵੀ ਜਿੱਦਣ ਸਾਨੂੰ ਸ਼ਬਦ ਗੁਰੂ ਦੀ ਪਹਿਚਾਣ ਆ ਗਈ, ਅਸੀਂ ਉਸ ਦਿਨ ਪ੍ਰਵਾਨ ਹੋ ਜਾਣਾ, ਜਿੱਦੇ ਅਸੀਂ ਸ਼ਬਦ ਗੁਰੂ ਦੀ ਸੇਵਾ 'ਤੇ ਲੱਗ ਗਏ। ਹੁਣ ਇਹ ਸ਼ਬਦ ਗੁਰੂ ਦਾ ਭੇਦ ਸਾਨੂੰ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਕਹਿੰਦੇ ਆਪਾਂ ਵੀ ਸਾਡਾ ਸ਼ਬਦ ਗੁਰੂ ਵਿੱਚ, ਹੁਣ ਉਹ ਸ਼ਬਦ ਗੁਰੂ ਕਿੱਥੇ ਹੈ, ਕਿਹੜਾ ਗੁਰੂ ਹੈ ਸ਼ਬਦ ਜਿਹਦੇ ਅਸੀਂ ਸੇਵਕ ਬਣਨਾ, ਜਿਹਦੀ ਅਸੀਂ ਸੇਵਾ ਕਰਨੀ। ਹੁਣ ਉਹ ਸ਼ਬਦ ਗੁਰੂ ਸਾਡੇ ਸਾਰਿਆਂ ਦੇ ਅੰਦਰ ਨਾਮ, ਉਸੇ ਨੂੰ ਹੀ ਪਰਮਾਤਮਾ ਦੇ ਚਰਨ ਆਖਿਆ, ਵਾਹਿਗੁਰੂ ਦੇ ਚਰਨ। ਭਾਈਆਂ ਗੁਰਮੁਖਾਂ ਨੇ ਆਖਿਆ, ਮਾਲਕ ਨੂੰ ਸੱਜਣ ਕਿਹਾ ਵੀ ਅਸੀਂ ਸਦਾ ਹੀ ਤੇਰੇ ਚਰਨਾਂ ਦੀ ਧੂੜੀ ਬਣੇ ਰਹੀਏ।
ਬਈ ਅਸੀਂ ਸਦਾ ਹੀ ਨਾਮ ਦੇ ਨਾਲ ਜੁੜੇ ਰਹੀਏ, ਸੇਵਾ ਕਰਦੇ ਰਹੀਏ ਸ਼ਬਦ ਗੁਰੂ ਦੀ। ਮਾਰੇ ਕਹਿੰਦੇ ਸਾਜਨ ਤੇਰੇ ਚਰਨ ਕੀ, ਹੋਏ ਰਹਾ ਸਦ ਧੂੜ, ਨਾਨਕ ਸ਼ਰਨ ਤੁਹਾਰੀਆਂ ਵੇਖੋਂ ਸਦਾ ਹਜੂਰ। ਬਈ ਸਦਾ ਹੀ ਤੈਨੂੰ ਦੇਖਦੇ ਵੀ ਰਹੀਏ, ਸਦਾ ਹਜੂਰ, ਤੇ ਸਦਾ ਹੀ ਤੇਰੀ ਆਵਾਜ਼ ਨੂੰ, ਨਾਮ ਨੂੰ ਸੁਣਦੇ ਵੀ ਰਹੀਏ, ਤੇਰੇ ਚਰਨਾਂ ਦੀ ਧੂੜੀ ਬਣੇ ਰਹੀਏ। ਹੁਣ ਇਹ ਗੁਰਮੁਖਾਂ ਦੀ ਫਿਰ ਮਾਲਕ ਤੋਂ ਮੰਗ, ਤੇ ਉਹ ਮੰਗ ਫਿਰ ਸਾਡੀ ਮਾਲਕ ਸਹਿਜ ਸੁਭਾਈ ਪੂਰੀ ਕਰ ਦਿੰਦਾ। ਜਦੋਂ ਹੁਣ ਆਪਾਂ ਇਸ ਮਾਰਗ 'ਤੇ ਚੱਲਦੇ ਹਾਂ, ਭਗਤੀ ਦੇ ਮਾਰਗ 'ਤੇ, ਇਸ ਮਾਰਗ ਦੇ ਉੱਤੇ ਚੱਲਦੇ ਹੋਏ ਜਦੋਂ ਅਸੀਂ ਆਪਦੇ ਘਰ ਚਲੇ ਜਾਂਦੇ ਹਾਂ, ਮਾਲਕ ਦੇ ਸਨਮੁਖ ਹੋ ਜਾਂਦੇ ਹਾਂ, ਟੁੱਟੀ ਹੋਈ ਆਪਣੀ ਸ਼ਬਦ ਗੁਰੂ ਨਾਲ ਗੰਢੀ ਜਾਂਦੀ, ਆਪਾਂ ਆਪਦੇ ਘਰ ਚਲੇ ਗਏ, ਫਿਰ ਮਾਲਕ ਆਪਾਂ ਤੋਂ ਪੁੱਛਦਾ ਵੀ ਦੱਸੋ ਜੋ ਤੁਹਾਡੀ ਇੱਛਾ, ਜੋ ਮੰਗਣਾ ਮੰਗ ਲਓ, ਕੀ ਚਾਹੀਦਾ। ਇੱਥੇ ਫਿਰ ਆਪਣੀ ਹੋਰ ਕੋਈ ਸੰਸਾਰ ਦੀ ਮੰਗ ਨਹੀਂ ਰਹਿ ਜਾਂਦੀ, ਇਹ ਸਭ ਥੱਲੇ ਰਹਿ ਜਾਂਦਾ। ਉੱਥੇ ਕੋਈ ਮੰਗ ਹੀ ਨਹੀਂ ਰਹਿੰਦੀ, ਉੱਥੇ ਸਿਰਫ ਇਹੀ ਹੁੰਦਾ ਵੀ ਸਾਨੂੰ ਨਾਮ ਦੀ ਦਾਤ ਚਾਹੀਦੀ ਹੈ, ਅਸੀਂ ਸਦਾ ਤੇਰੇ ਚਰਨਾਂ 'ਚ ਨਿਵਾਸ ਚਾਹੁੰਦੇ ਹਾਂ। ਅਤੇ ਉਹ ਮਾਲਕ ਸਾਡੀ ਮੰਗ ਤਾਂ ਸਹਿਜ ਸੁਭਾਈ ਪੂਰੀ ਕਰ ਦਿੰਦੇ ਉੱਥੇ। ਵੀ ਇਸੇ ਵਾਸਤੇ ਜੀ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਜਦੋਂ ਮਾਲਕ ਨੇ ਪੁੱਛਿਆ ਵੀ ਦੱਸੋ ਕੀ ਚਾਹੀਦਾ ਹੈ, ਅਤੇ ਫਿਰ ਗੁਰਮੁਖ ਕਹਿੰਦੇ ਵੀ ਜਦੋਂ ਤੂੰ ਮਿਲ ਗਏ, ਇਹ ਹੁਣ ਸਾਡੀ ਹੋਰ ਕੋਈ ਇੱਛਾ ਹੀ ਨਹੀਂ ਹੈ। ਬਈ ਜਦੋਂ ਤੂੰ ਸਾਡੇ ਵੱਲ ਹੋ ਗਿਆ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਵੀ ਜਦੋਂ ਉਹੀਓ ਮਿਲ ਗਏ ਅਤੇ ਹੋਰ ਸਾਨੂੰ ਕੀ ਚਾਹੀਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋੜ ਨਾ ਆਵੇ, ਖਾਈ ਖਰਚ ਰਹਿੰਦਾ, ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ। ਫਿਰ ਕਿਸੇ ਚੀਜ਼ ਦੀ ਤੋਟ ਆਉਣੀ ਹੀ ਨਹੀਂ, ਮਾਲਕ ਹੀ ਜਦੋਂ ਆਪਣੇ ਵੱਲ ਹੋ ਗਏ ਤੇ ਫਿਰ ਕਿਹੜੀ ਚੀਜ਼ ਦੀ ਕਮੀ ਰਹਿ ਗਈ ਹੋਰ। ਇਸ ਲਈ ਜਿਹਦਾ ਸੱਜਣ ਪਰਮਾਤਮਾ ਹੈ, ਤੇ ਮਹਾਰਾਜ ਕਹਿੰਦੇ ਵੀ ਉਹਨੂੰ ਕੋਈ ਕਮੀ ਨਹੀਂ। ਜਾ ਕਾ ਮੀਤ ਸਾਜਨ ਹੈ ਸ਼ਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਵੀ ਜਿਹਦਾ ਸੱਜਣ ਹੀ ਵਾਹਿਗੁਰੂ ਹੈ ਤੇ ਉਹਨੂੰ ਕਾਹਦੀ ਕਮੀ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜੇ ਅਸੀਂ ਇੱਕ ਨੂੰ ਸੱਜਣ ਕਰ ਲਿਆ ਤੇ ਸਮਝ ਲਓ ਸਾਡੇ ਸਾਰੇ ਸੱਜਣ। ਇੱਕ ਸੱਜਣ ਸਭ ਸੱਜਣਾ, ਫਿਰ ਆਪਣਾ ਕੋਈ ਵੈਰੀ ਰਹਿੰਦਾ ਹੀ ਨਹੀਂ, ਸਾਰੇ ਮਿੱਤਰ ਹੀ। ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਨਦਾ, ਕੋਈ ਸਾਡਾ ਵੈਰੀ ਨਹੀਂ, ਸਾਰੇ ਮਿੱਤਰ ਹੀ ਮਾਲਕ ਦਾ ਰੂਪ। ਤੇ ਜੇ ਇੱਕ ਨੂੰ ਸੱਜਣ ਨਹੀਂ ਬਣਾਇਆ ਤੇ ਫਿਰ ਸੰਸਾਰੀ ਜਿੰਨੇ ਮਰਜ਼ੀ ਸੱਜਣ ਬਣਾ ਲਈ, ਤੇ ਉਹ ਸਾਡੇ ਅੰਦਰ ਵਾਦ ਵਿਵਾਦ ਹੀ ਪਿਆ ਰਹਿਣਾ। ਮਾਰੇ ਕਹਿੰਦੇ ਇੱਕ ਸੱਜਣ ਸਭ ਸੱਜਣ, ਇੱਕ ਵੈਰੀ ਸਭ ਵਾਦ। ਵੀ ਜਿਹਨੇ ਇੱਕ ਨੂੰ ਆਪਦਾ ਸੱਜਣ ਨਹੀਂ ਬਣਾਇਆ ਮਾਲਕ ਨੂੰ, ਤੇ ਇੱਧਰ ਤਾਂ ਜਿੰਨੇ ਮਰਜ਼ੀ ਸੱਜਣ ਬਣਾ ਲਓ, ਸਾਡਾ ਦੁੱਖ ਤਾਂ ਘਟਣਾ ਹੀ ਨਹੀਂ ਮੰਨਦਾ। ਇੱਧਰ ਕੋਈ ਐਸਾ ਸੱਜਣ ਨਹੀਂ ਹੈ ਵੀ ਜਿਹੜਾ ਸਾਡੇ ਨਾਲ ਤੋੜ ਨਿਭਾਵੇ। ਇਹ ਸੱਜਣ ਸਭ ਝੂਠੇ ਨੇ, ਇੱਥੇ ਹੀ ਰਹਿ ਜਾਂਦੇ। ਤਾਈਆਂ ਮਾਰੇ ਕਹਿੰਦੇ ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਘਾਟੇ ਕੋਈ। ਮੈਂ ਤਾਂ ਬਹੁਤ ਘਨੇਰੇ ਮਿੱਤਰ ਬਣਾਏ ਵੀ ਮੇਰਾ ਦੁੱਖ ਘਟੇ, ਪਰ ਦੁੱਖ ਤਾਂ ਘਟਿਆ ਹੀ ਨਾ ਮੇਰਾ। ਮਨ ਨੂੰ ਤਾਂ ਦੁੱਖ ਲੱਗੇ ਹੀ ਰਿਹਾ ਜਨਮ ਮਰਨ ਦਾ। ਫਿਰ ਕਿਵੇਂ ਘਟਿਆ? ਕਹਿੰਦੇ ਮਿਲ ਪ੍ਰੀਤਮ ਦੁੱਖ ਘਟਿਆ, ਸ਼ਬਦ ਮਿਲਾਵਾ ਹੋਈ। ਜਦੋਂ ਪ੍ਰੀਤਮ ਮਿਲ ਗਿਆ ਮਾਲਕ, ਇਹ ਸਾਰੇ ਦੁੱਖ ਹੀ ਖਤਮ ਹੋ ਗਏ। ਇਸ ਕਰਕੇ ਫਿਰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਆਖਿਆ ਵੀ ਸਾਡਾ ਜਿਹੜਾ ਮਨ ਉਹ ਸੱਜਣ ਚਾਹੁੰਦਾ ਹੈ ਵੀ ਜਿਹੜਾ ਸਾਡੇ ਨਾਲ ਸਦਾ ਨਿਭਾ,
ਜਿਹੜਾ ਮੱਧ ਦੇ ਵਿੱਚ, ਜਿਹੜਾ ਪਹਿਲਾਂ ਵੀ ਹੁਣ ਵੀ ਅਤੇ ਜਿਹੜਾ ਅੰਤ ਦੇ ਵਿੱਚ ਵੀ ਨਿਭਾਵੇ। ਇਸ ਲਈ ਮਹਾਰਾਜ ਕਹਿੰਦੇ ਆਦਿ ਮੱਧ ਜੋ ਅੰਤ ਨਿਭਾਵੇ, ਸੋ ਸਾਜਨ ਮੇਰਾ ਮਨ ਚਾਹੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਵੀ ਸਾਡਾ ਮਨ ਤਾਂ ਉਹ ਸੱਜਣ ਨੂੰ ਚਾਹੁੰਦਾ ਵੀ ਜਿਹੜਾ ਸਦਾ ਹੀ ਸਾਡੇ ਨਾਲ ਨਿਭਾਉਂਦਾ ਹੈ। ਜਦੋਂ ਆਪਾਂ ਇਸ ਸੰਸਾਰ 'ਚ ਨਹੀਂ ਸੀ ਆਏ, ਮਾਂ ਦੇ ਗਰਭ ਦੇ ਵਿੱਚ ਹੁੰਦੇ, ਉੱਥੇ ਵੀ ਉਹਨੇ ਸਾਡੀ ਰੱਖਿਆ ਕੀਤੀ, ਉੱਥੇ ਵੀ ਆਪਾਂ ਨੂੰ ਸੇਕ ਨਹੀਂ ਲੱਗਣ ਦਿੱਤਾ ਉਹਨੇ। ਅਤੇ ਹੁਣ ਆਪਣਾ ਇਸ ਸੰਸਾਰ ਦੇ ਵਿੱਚ ਹੁਣ ਵੀ ਉਹ ਸਾਡੇ ਨਾਲ ਹੈ। ਜਦੋਂ ਆਪਾਂ ਇੱਥੇ ਨਹੀਂ ਰਹਾਂਗੇ, ਇਹ ਤਾਂ ਸੱਜਣ ਸਿਰਫ ਜਿੰਨਾ ਸਮਾਂ ਸਰੀਰ ਹੈ ਉਨਾ ਸਮਾਂ ਹੀ। ਉਹ ਸੱਜਣ ਨੇ ਜਦੋਂ ਅਸੀਂ ਇਹ ਦੇਹ ਛੱਡਾਂਗੇ, ਉਹਨੇ ਉਦੋਂ ਵੀ ਨਹੀਂ ਸਾਨੂੰ ਛੱਡਣਾ, ਉਹਨੇ ਉੱਥੇ ਵੀ ਸਾਡਾ ਸਾਥ ਦੇਣਾ। ਤਾਂ ਫਿਰ ਕਹਿੰਦੇ ਵੀ ਅਸੀਂ ਤਾਂ ਉਹ ਸੱਜਣ ਨੂੰ ਚਾਹੁੰਦੇ ਹਾਂ ਵੀ ਜਿਹੜਾ ਆਦਿ ਦੇ ਵਿੱਚ ਵੀ, ਮੱਧ 'ਚ ਵੀ, ਅਤੇ ਜਿਹੜਾ ਅੰਤ ਦੇ ਵਿੱਚ ਵੀ ਸਾਡੇ ਨਾਲ ਨਿਭਾਵੇ, ਜਿਹੜਾ ਸਦਾ ਸਾਡੇ ਨਾਲ ਖੜਾ ਹੈ। ਹੁਣ ਉਹ ਸੱਜਣ ਹੈ ਤਾਂ ਸਾਡੇ ਨਾਲ ਹੀ ਹੈ, ਪਰ ਸਾਨੂੰ ਭੇਦ ਨਹੀਂ, ਅਸੀਂ ਉਹਨੂੰ ਦੇਖਦੇ ਨਹੀਂ, ਅਸੀਂ ਉਹ ਤੋਂ ਬੇਮੁਖ। ਉਹ ਤਾਂ ਸਾਨੂੰ ਦੇਖ ਰਿਹਾ ਸਭ ਨੂੰ, ਪਰ ਅਸੀਂ ਨਹੀਂ ਉਹਨੂੰ ਦੇਖਦੇ। ਮਹਾਰਾਜ ਕਹਿੰਦੇ ਉਹ ਵੇਖੇ, ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵੱਡਾ, ਵੀ ਉਹ ਤਾਂ ਸਾਨੂੰ ਸਭ ਨੂੰ ਦੇਖਦਾ ਹੈ, ਪਰ ਅਸੀਂ ਉਹਨੂੰ ਨਹੀਂ ਦੇਖਦੇ, ਅਸੀਂ ਮਾਇਆ ਨੂੰ ਦੇਖੀ ਜਾਂਦੇ। ਹੁਣ ਇਸ ਵਾਸਤੇ ਫਿਰ ਆਪਾਂ ਇਹ ਸਤ ਸੰਗਤ ਕਰਦੇ ਹਾਂ ਤਾਂ ਕਿ ਸਾਨੂੰ ਇੱਕ ਦਾ ਭੇਤ ਆ ਜੇ ਮਾਲਕ ਦਾ। ਇਸੇ ਕਰਕੇ ਫਿਰ ਆਪਾਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ ਵੀ ਤਾਂ ਕਿ ਸਾਡਾ ਭਰਮ ਦਾ ਪਰਦਾ ਪਾਸੇ ਹੋ ਜੇ, ਸਾਨੂੰ ਮਾਲਕ ਦੇਖ ਰਿਹਾ, ਅਸੀਂ ਵੀ ਉਹਨੂੰ ਦੇਖਣ ਲੱਗ ਜੀ। ਹੁਣ ਜਦੋਂ ਫਿਰ ਮਾਲਕ ਨੂੰ ਆਪਾਂ ਵੀ ਦੇਖਦੇ ਹਾਂ, ਉਹ ਵੀ ਦੇਖਦਾ, ਦੇਖ ਦੇਖ ਕੇ ਸਾਡਾ ਪਿਆਰ ਪੈ ਜਾਂਦਾ, ਕਿਉਂਕਿ ਉਹ ਤਾਂ ਆਪਾਂ ਨੂੰ ਪਿਆਰ ਕਰਦਾ ਹੀ ਹੈ ਮਾਲਕ। ਆਪਾਂ ਨਹੀਂ ਉਹਦੇ ਵੱਲ ਦੇਖਦੇ, ਉਹ ਤਾਂ ਸਾਡੇ ਵੱਲ ਦੇਖੀ ਜਾਂਦਾ। ਜਦੋਂ ਆਪਾਂ ਵੀ ਦੇਖਣਾ ਸ਼ੁਰੂ ਕਰਤਾ ਤੇ ਇਹ ਦੋ ਤਰਫਾ ਪਿਆਰ ਹੈ, ਦੋਵੇਂ ਪਾਸਿਓਂ ਮਾਲਕ ਵੀ ਸਾਨੂੰ ਕਰਦਾ ਹੈ ਅਤੇ ਪਹਿਲਾਂ ਆਪਾਂ ਨਹੀਂ ਕਰਦੇ ਮਾਲਕ ਨੂੰ, ਆਪਾਂ ਮਾਇਆ ਨੂੰ ਕਰਦੇ। ਇਹ ਮਾਇਆ ਦਾ ਪਿਆਰ ਇਹ ਇੱਕ ਤਰਫਾ ਹੈ, ਮਾਇਆ ਸਾਨੂੰ ਨਹੀਂ ਪਿਆਰ ਕਰਦੀ, ਆਪਾਂ ਮਾਇਆ ਨੂੰ ਕਰਦੇ ਹਾਂ, ਮਾਇਆ ਆਪਾਂ ਨੂੰ ਦੁੱਖ ਦਿੰਦੀ ਹੈ, ਸਾੜਦੀ ਆਪਾਂ ਨੂੰ। ਅਤੇ ਮਾਲਕ ਜੋ ਪਰਮਾਤਮਾ, ਉਹ ਤਾਂ ਸਾਨੂੰ ਪਿਆਰ ਕਰਦਾ ਹੀ ਹੈ, ਅਸੀਂ ਉਹਦੇ ਬੱਚੇ ਹਾਂ। ਚਾਹੇ ਅਸੀਂ ਉਹਨੂੰ ਨਹੀਂ ਵੀ ਚੇਤੇ ਕਰਦੇ, ਪਰ ਉਹ ਫਿਰ ਵੀ ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖਦੇ। ਚਾਹੇ ਉਹਨੂੰ ਕੋਈ ਚੰਗਾ ਆਖੀ ਜਾਂਦਾ, ਚਾਹੇ ਉਹਨੂੰ ਕੋਈ ਮਾੜਾ ਕਹੀ ਜਾਂਦਾ, ਉਹ ਬੁਰਾ ਨਹੀਂ ਮਨਾਉਂਦਾ। ਚਾਹੇ ਕੋਈ ਉਹਨੂੰ ਨਹੀਂ ਵੀ ਮੰਨਦਾ, ਉਹ ਫਿਰ ਵੀ ਸਵਾਸ ਦਿੱਤੀ ਜਾਂਦਾ। ਸੋ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਅਸੀਂ ਉਹਨੂੰ ਭੁੱਲੇ ਹਾਂ, ਉਹ ਨਹੀਂ ਸਾਨੂੰ ਭੁੱਲਿਆ। ਅਸੀਂ ਉਹ ਤੋਂ ਬੇਮੁਖ ਹੋਏ ਹਾਂ, ਉਹ ਤਾਂ ਸਾਨੂੰ ਦੇਖ ਹੀ ਰਿਹਾ ਹਰ ਸਮੇਂ। ਅਤੇ ਜਦੋਂ ਆਪਾਂ ਫਿਰ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਉਹ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ ਆਪਾਂ ਨੂੰ ਜਦੋਂ ਦਿਖਾ ਦਿੰਦੇ ਮਾਲਕ ਨੂੰ, ਅਤੇ ਫਿਰ ਆਪਾਂ ਵੀ ਦੇਖਣ ਲੱਗ ਜਾਂਦੇ ਹਾਂ। ਜਦੋਂ ਉਹ ਵੀ ਆਪਾਂ ਨੂੰ ਦੇਖਦਾ, ਆਪਾਂ ਵੀ ਦੇਖਦੇ ਹਾਂ, ਅਤੇ ਦੇਖ ਦੇਖ ਕੇ ਪਿਆਰ ਪੈ ਜਾਂਦਾ। ਅਤੇ ਐਸਾ ਫਿਰ ਪਿਆਰ ਮਾਲਕ ਦੇ ਨਾਲ ਪੈਂਦਾ ਹੈ ਵੀ ਐਸੀ ਪ੍ਰੀਤ ਪੈਂਦੀ ਜਿਹੜੀ ਫਿਰ ਤੋੜਿਆਂ ਤੋਂ ਟੁੱਟਦੀ ਨਹੀਂ। ਮਹਾਰਾਜ ਕਹਿੰਦੇ ਮੂਲ ਲਾਲਨ ਸਿਉ ਪ੍ਰੀਤ ਬਣੀ, ਤੋੜੀ ਨਾ ਟੁੱਟੇ ਛੋੜੀ ਨਾ ਛੂਟੇ, ਐਸੀ ਮਾਧੋ ਖਿੰਚ ਤਣੀ। ਵੀ ਐਸੀ ਫਿਰ ਮਾਲਕ ਖਿੱਚ ਤਣਦਾ ਹੈ ਵੀ ਕਿਸੇ ਦੇ ਤੋੜਿਆਂ ਤੋਂ ਫਿਰ ਇਹ ਪ੍ਰੀਤ ਟੁੱਟਦੀ ਨਹੀਂ। ਜੇ ਅਸੀਂ ਛੱਡਣੀ ਚਾਹੀਏ ਤਾਂ ਛੱਡੀ ਨਹੀਂ ਜਾਂਦੀ। ਜਿਵੇਂ ਉਹ ਅਮਲੀ ਹੁੰਦਾ, ਉਹਨੂੰ ਅਮਲ ਲੱਗ ਜਾਂਦਾ ਅਤੇ ਉਹ ਤਾਂ ਛੱਡਿਆ ਨਹੀਂ ਜਾਂਦਾ। ਇਸੇ ਤਰ੍ਹਾਂ ਹੀ ਫਿਰ ਗੁਰਮੁਖ ਨੇ ਜਿਹੜੇ, ਉਹ ਵੀ ਅਮਲੀ ਬਣ ਜਾਂਦੇ ਸੱਚ ਦੇ। ਉਹ ਮਾਲਕ ਨੂੰ ਦੇਖੇ ਤੋਂ ਬਿਨਾਂ ਰਹਿ ਨਹੀਂ ਸਕਦੇ। ਜਿਹਨੂੰ ਮਹਾਰਾਜ ਕਹਿੰਦੇ ਹਾਂ ਹਰ ਬਿਨ ਰਹਿ ਨਾ ਸਕਾਂ ਇੱਕ ਰਤੀ, ਜਿਉਂ ਅਮਲੀ ਅਮਲ ਬਿਨ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ। ਬਈ ਜਿਵੇਂ ਅਮਲੀ ਨੂੰ ਅਮਲ ਨਾ ਮਿਲੇ
ਤੇ ਉਹ ਕਹਿੰਦਾ ਮੈਂ ਤਾਂ ਮਾਰੀ ਚੱਲਿਆ। ਤੇ ਇਸੇ ਤਰ੍ਹਾਂ ਗੁਰਮੁਖ ਇੱਕ ਰੱਤੀ ਭਰ ਵੀ ਮਾਲਕ ਤੋਂ ਬਿਨਾਂ ਰਹਿ ਨਹੀਂ ਸਕਦੇ। ਉਹਨੂੰ ਦੇਖੇ ਤੋਂ ਬਿਨਾਂ ਰਹਿੰਦੇ ਹੀ ਨਹੀਂ, ਦੇਖੀ ਜਾਂਦੇ ਲਗਾਤਾਰ, ਦੇਖ ਦੇਖ ਕੇ ਮਾਲਕ ਦੀ ਸੇਵਾ ਕਰੀ ਜਾਂਦੇ। ਸੋ ਇਸ ਵਾਸਤੇ ਫਿਰ ਇਹ ਮਾਲਕ ਦੇ ਨਾਲ ਪ੍ਰੀਤ, ਤੇ ਇਹਨੂੰ ਫਿਰ ਕਹਿੰਦੇ ਵੀ ਮੰਨੋ ਬਈ ਤੂੰ ਸਦਾ ਹੀ ਹੁਣ ਮਾਲਕ ਦੇ ਨਾਲ ਰਹਿ। ਜਦੋਂ ਤੂੰ ਨਾਲ ਰਹੇਗਾ ਉਹ ਤੇਰਾ ਅੰਗੀਕਾਰ ਕਰੂ, ਤੇਰੇ ਕਾਰਜ ਵੀ ਸਵਾਰੂ, ਸਾਰਾ ਕੁਛ ਕਰੇਗਾ। ਤੂੰ ਮਾਲਕ ਨੂੰ ਸਨਮੁਖ ਹੋ, ਮਾਲਕ ਨੂੰ ਦੇਖ, ਉਹਦੀ ਸੇਵਾ ਕਰ। ਜਿਹਨੂੰ ਮਹਾਰਾਜ ਕਹਿੰਦੇ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਕਾਰੇ ਤੇਰਾ, ਕਾਰਜ ਸਭ ਸਵਾਰਨਾ। ਉਹਨੇ ਮਾਲਕ ਦੇ ਸਨਮੁਖ ਹੋਣ ਵਾਸਤੇ ਇਹ ਆਪਾਂ ਪਹਿਲਾਂ ਸਿਮਰਨ ਕਰਨਾ ਹੈ, ਕਿਉਂਕਿ ਵਿੱਚ ਪੜਦਾ ਕੀ ਹੈ, ਇਹ ਵਿਚਾਰਾਂ ਦਾ ਫੁਰਨਿਆਂ ਦਾ। ਹੁਣ ਜਿਉਂ-ਜਿਉਂ ਆਪਾਂ ਇਹ ਸਿਮਰਨ ਅਭਿਆਸ ਕਰਾਂਗੇ, ਸਾਡੇ ਵਿਚਾਰ ਫੁਰਨੇ ਰੁਕਣਗੇ, ਫਿਰ ਅਸੀਂ ਇਸ ਮਾਰਗ ਦੇ ਉੱਤੇ ਅੱਗੇ ਚੱਲਾਂਗੇ। ਹੁਣ ਜੋ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਅਭਿਆਸ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਜਿਉਂ-ਜਿਉਂ ਇਹ ਆਪਾਂ ਸਿਮਰਨ ਕਰਦੇ ਹਾਂ, ਨਾਲ ਨਾਲ ਸਤ ਸੰਗਤ ਕਰਦੇ ਹਾਂ, ਗੁਰਬਾਣੀ ਗੁਰੂ ਜੋ ਆਪਾਂ ਨੂੰ ਉਪਦੇਸ਼ ਦਿੰਦੇ, ਆਪਾਂ ਇਹ ਵਿਚਾਰ ਕਰਦੇ ਹਾਂ, ਫਿਰ ਸਾਨੂੰ ਭੇਦ ਆਉਂਦਾ ਹੈ ਕਿ ਅਸਲ ਦੇ ਵਿੱਚ ਸਾਡੇ ਜੀਵਨ ਦਾ ਜੋ ਮਕਸਦ ਇਹੀ ਹੈ, ਪਰਮਾਤਮਾ ਦੇ ਨਾਲ ਪ੍ਰੇਮ ਪਾਉਣਾ, ਪਰਮਾਤਮਾ ਦੀ ਭਗਤੀ ਕਰਨੀ ਤੇ ਸਦਾ ਵਾਸਤੇ ਜੀਵਨ ਮੁਕਤ ਹੋਣਾ, ਸਦਾ ਲਈ ਮਾਲਕ ਦੇ ਵਿੱਚ ਲੀਨ ਹੋਣਾ। ਇਹ ਸਾਡਾ ਅਸਲ ਕਾਰਜ।
ਇੱਥੇ ਆਉਣ ਦਾ। ਜਿਹੜਾ ਇਹ ਆਪਾਂ ਨੂੰ ਮਾਨਸ ਜਾਮਾ ਮਿਲਿਆ, ਇਹਦਾ ਹੋਰ ਕੋਈ ਮਤਲਬ ਨਹੀਂ ਹੈ। ਸਿਰਫ ਇੱਕੋ ਇੱਕ ਮਕਸਦ ਹੈ ਸਾਡਾ, ਜਿਹਨੂੰ ਮਾਰੇ ਕਹਿੰਦੇ ਰਾਮ ਸਿਮਰ ਇਹਾ ਤੇਰੇ ਕਾਜ ਹੈ। ਪਰਮਾਤਮਾ ਦਾ ਸਿਮਰਨ ਕਰਕੇ ਪਰਮਾਤਮਾ ਨੂੰ ਮਿਲਣਾ, ਇਹ ਸਾਡੇ ਜੀਵਨ ਦਾ ਮੇਨ ਮਕਸਦ ਹੈ ਸਾਰਿਆਂ ਦਾ। ਹੁਣ ਇਹਦੇ ਵਾਸਤੇ ਆਪਾਂ ਨੂੰ ਇਹ ਵੱਧ ਤੋਂ ਵੱਧ ਉਪਰਾਲਾ ਕਰਨਾ ਚਾਹੀਦਾ। ਬਈ ਸਮਾਂ ਸਾਡੇ ਕੋਲ ਬੜਾ ਸੀਮਤ ਹੈ, ਰੋਜ਼ ਦੀ ਰੋਜ਼ ਸਾਡਾ ਸਮਾਂ ਘਟਦਾ ਜਾ ਰਿਹਾ। ਦਿਨ ਚੜ੍ਹਿਆ ਗਿਆ, ਕਿੰਨਾ ਸਮਾਂ ਘਟ ਗਿਆ, ਕਿੰਨੇ ਸਵਾਸ ਖਰਚ ਕਰ ਲਈ ਆਪਾਂ। ਹੁਣ ਇਹ ਸਾਨੂੰ ਵਾਰੀ ਹੈ, ਅਤੇ ਵਾਰੀ ਓਨਾ ਸਮਾਂ ਹੀ ਹੈ ਜਿੰਨਾ ਸਮਾਂ ਇਹ ਸਾਡੇ ਸਵਾਸ ਚੱਲ ਰਹੇ। ਅਤੇ ਸਵਾਸਾਂ ਦਾ ਭਰੋਸਾ ਕੋਈ, ਕਦੋਂ ਖਤਮ ਹੋ ਜਾਣ, ਕਦੋਂ ਮੁੱਕ ਜਾਣ। ਇਸ ਕਰਕੇ ਆਪਾਂ ਨੂੰ ਕਹਿੰਦੇ ਵੀ ਇਹਦੇ ਵਿੱਚ ਢਿੱਲ ਨਾ ਵਰਤਿਓ। ਸਿਮਰਨ ਕਰਨ ਲੱਗੇ, ਸਤ ਸੰਗਤ ਕਰਨ ਲੱਗੇ, ਬਿਲਕੁਲ ਆਲਸ ਨਾ ਵਰਤੋ। ਇਹ ਆਪਣਾ ਨਿੱਜੀ ਕੰਮ ਹੈ। ਸੰਸਾਰ ਦਾ ਘੱਟ ਵੀ ਕਰ ਲਓ ਵੰਗਾਰ ਹੈ, ਕਿਹੜਾ ਅਸੀਂ ਇੱਥੋਂ ਕੁਛ ਨਾਲ ਲੈ ਜਾਣਾ। ਘੱਟ ਕਰ ਲਓ, ਵੱਧ ਕਰ ਲਓ, ਇੱਥੇ ਤਾਂ ਇੱਥੇ ਹੀ ਛੱਡ ਜਾਣਾ ਸੀ। ਪਰ ਇਹ ਸਾਡਾ ਅਸਲ ਕਾਰਜ, ਇਹਦੇ ਵਿੱਚ ਮਹਾਰਾਜ ਕਹਿੰਦੇ ਆਲਸ ਨਾ ਵਰਤਿਓ, ਢਿੱਲ ਨਾ ਕਰਿਓ। ਕਿਉਂਕਿ ਸਾਡਾ ਜਿਹੜਾ ਜੀਵਨ ਹੈ ਇੱਕ ਸਵਾਸਤੀ। ਮਹਾਰਾਜ ਕਹਿੰਦੇ ਹਰ ਜਪਦਿਆਂ ਖਿਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹੂ ਆਵੇ ਕਿ ਨਾ ਆਵੇ ਰਾਮ। ਹੁਣ ਕਈ ਜੀਵ ਦਾ ਕਿੰਨਾ ਲੰਮਾ, ਕੋਈ ਨਹੀਂ ਅੱਜ ਨਹੀਂ ਕੱਲ੍ਹ ਨੂੰ ਕਰ ਲਾਂਗੇ, ਕੱਲ੍ਹ ਨੂੰ ਨਹੀਂ ਪਰਸੋਂ ਕਰ ਲਾਂਗੇ। ਮਹਾਰਾਜ ਤਾਂ ਕਹਿੰਦੇ ਇੱਕ ਸਾਹ ਦਾ ਵੀ ਨਹੀਂ ਭਰੋਸਾ ਵੀ ਆਹ ਦਮ ਆਇਆ, ਅਗਲਾ ਪਤਾ ਨਹੀਂ ਆਵੇ ਕਿ ਨਾ ਆਵੇ, ਇਸ ਕਰਕੇ ਇਹਨੂੰ ਸਾਂਭ ਲਈਏ। ਇੰਨਾ ਸਾਨੂੰ ਬਰੀਕੀ 'ਚ ਸਮਝਾਇਆ ਮਹਾਰਾਜ ਨੇ ਵੀ ਹਰ ਇੱਕ ਦਮ ਨੂੰ ਸੰਭਾਲੋ, ਹਰ ਇੱਕ ਸਵਾਸ ਨੂੰ ਸੰਭਾਲੋ। ਵੀ ਜਿਹੜੇ ਸਵਾਸ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਚੇਤੇ ਕਰਦੇ ਨਾ, ਉਹ ਸਾਡਾ ਵਿਅਰਥ ਚਲਾ ਜਾਂਦਾ, ਉਹ ਖਰਾਬ ਹੋ ਗਿਆ ਸਾਡਾ, ਸਮਝ ਲਓ। ਮਹਾਰਾਜ ਕਹਿੰਦੇ ਜੋ ਦਮ ਚਿੱਤ ਨਾ ਆਵੇ ਸੋ ਦਮ ਵਿਅਰਥਾ ਜਾਈ। ਇਸ ਕਰਕੇ ਗੁਰਮੁਖ ਫਿਰ ਸਾਹ ਨੂੰ ਵਿਅਰਥ ਨਹੀਂ ਜਾਣ ਦਿੰਦੇ, ਉਹ ਜ਼ਿਆਦਾ ਮਾਲਕ ਨੂੰ ਦੇਖੀ ਜਾਂਦੇ। ਜਦੋਂ ਅਸੀਂ ਦੇਖੀ ਜਾਂਦੇ ਤਾਂ ਵੀ ਸਾਡੇ ਸਵਾਸ ਲਿਖੇ, ਜਾਂ ਉਹ ਮਾਲਕ ਦੀ ਆਵਾਜ਼ ਨੂੰ ਸੁਣੀ ਜਾਂਦੇ। ਜਦੋਂ ਅਸੀਂ ਆਵਾਜ਼ ਨੂੰ ਸੁਣੀ ਜਾਵਾਂਗੇ ਤਾਂ ਵੀ ਸਾਡੇ ਸਾਹ ਲੇਖੀ ਵਿੱਚ, ਜਾਂ ਉਹ ਸਿਮਰਨ ਕੀਤੀ ਜਾਂਦੇ। ਜੇ ਅਸੀਂ ਸਿਮਰਨ ਕਰਾਂਗੇ ਤਾਂ ਵੀ ਸਾਡੇ ਸਵਾਸ ਜਮ੍ਹਾਂ ਮਾਲਕ ਦੇ ਨਿਰਗੁਣ ਦੇ ਖਜ਼ਾਨੇ 'ਚ। ਜੇ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਵੀ ਸਾਡੇ ਸਫਲ। ਇਸ ਕਰਕੇ ਫਿਰ ਸਾਨੂੰ ਤਰੀਕੇ ਦੱਸੇ ਜੁਗਤੀਆਂ ਵੀ ਕਿਵੇਂ ਅਸੀਂ ਇਹਨਾਂ ਦਮਾਂ ਨੂੰ ਸੰਭਾਲਣਾ। ਮਾਰੇ ਕਹਿੰਦੇ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਈ। ਹੁਣ ਆਪਾਂ ਕੋਸ਼ਿਸ਼ ਕਰਨੀ ਇਹਨਾਂ ਦਮਾਂ ਨੂੰ ਸੰਭਾਲਣ ਵਾਸਤੇ ਵੱਧ ਤੋਂ ਵੱਧ ਆਪਾਂ ਸਿਮਰਨ ਕਰਦੇ ਰਹਿਣਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਸਾਨੂੰ ਸਮਝ ਲੱਗੇ ਵੀ ਅਸੀਂ ਗੁਰਬਾਣੀ ਨੂੰ ਕਾਹਦੇ ਵਾਸਤੇ ਪੜ੍ਹਨਾ, ਸਾਨੂੰ ਕੀ ਉਪਦੇਸ਼ ਕਰ ਰਹੇ, ਸਾਨੂੰ ਕੀ ਸਮਝਾਉਣਾ ਚਾਹੁੰਦੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਓਨਾ ਹੀ ਆਪਾਂ ਨੂੰ ਇਹ ਲਾਹਾ ਹੈ। ਮਾਰੇ ਸਾਨੂੰ ਸਮਝਾਉਂਦੇ ਕਬੀਰ ਇੱਕ ਘੜੀ ਆਦੀ ਹੁਣ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਬਈ ਜਿੰਨਾ ਆਪਾਂ ਸੰਗਤ ਕਰਦੇ ਸਾਨੂੰ ਲਾਭ ਹੀ ਲਾਭ। ਜਦੋਂ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਾਂਗੇ ਸਾਨੂੰ ਲਾਹਾ ਹੀ ਲਾਹਾ, ਸੁਣਾਂਗੇ ਸਾਨੂੰ ਲਾਭ ਹੀ ਲਾਭ ਹੈ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਇਹ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਮਹਾਂਪੁਰਖਾਂ ਨੇ, ਕਿ ਜੋ ਆਪਣੇ ਜੀਵਨ ਦਾ ਸਾਰਿਆਂ ਦਾ ਮਕਸਦ ਹੈ ਪਰਮਾਤਮਾ ਨੂੰ ਮਿਲਣਾ। ਕਿਵੇਂ ਆਪਾਂ ਮਿਲ ਸਕਦੇ ਹਾਂ, ਕੀ ਰਸਤੇ 'ਚ ਰੁਕਾਵਟਾਂ ਨੇ, ਕਿਹੜੀਆਂ ਚੀਜ਼ਾਂ ਅਸੀਂ ਛੱਡਣੀਆਂ, ਉਹ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਭੇਜ ਦਿੱਤਾ ਹੈ। ਕੀ ਕਰਨਾ ਉਹ ਆਪਾਂ ਨੂੰ ਬੜਾ ਗੁਰਮੁਖਾਂ ਨੇ ਸਮਝਾਇਆ ਵਾਰ-ਵਾਰ ਵੀ ਵੱਧ ਤੋਂ ਵੱਧ ਹੀ ਆਪਾਂ ਸਿਮਰਨ ਕਰਨਾ। ਸੋ ਜਦੋਂ ਫਿਰ ਆਪਾਂ ਇਹ ਨਾਲ ਗੁਰੂ ਦੀ ਮੱਤ ਗਿਆਨ ਲੈ ਕੇ ਚੱਲਾਂਗੇ, ਸਿਮਰਨ ਕਰਦੇ ਚੱਲਾਂਗੇ,
ਤੇ ਅਸੀਂ ਆਪਦੇ ਜੀਵਨ ਦਾ ਲਾਹਾ ਖੱਟ ਕੇ ਜਾਵਾਂਗੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।